ਹੈਲੋ ਦੋਸਤੋ, ਵੈਲਕਮ ਆ ਤੁਹਾਡੇ ਆਪਣੇ ਚੈਨਲ ਪ੍ਰੀਤ ਐਜੂਕੇਸ਼ਨ 'ਤੇ। ਅੱਜ ਆਪਣਾ ਜਿਹੜਾ ਟੌਪਿਕ ਆ ਉਹ ਆਪਾਂ ਪੋਲਿਟੀ ਦੇ ਵਿੱਚੋਂ ਕੁਇਕ ਰਿਵੀਜ਼ਨ ਕਰਨੀ ਆ। ਦੇਖੋ, ਮੈਂ ਤੁਹਾਡੇ ਲਈ ਸਾਰੇ MCQ ਟਾਈਪ ਕਰ ਪਾਉਣ ਦਾ ਇੰਨਾ ਟਾਈਮ ਨਹੀਂ ਹੈਗਾ, ਬਟ ਜਿਹੜੇ ਇੰਪੋਰਟੈਂਟ ਟੌਪਿਕ ਨੇ ਜਿਨ੍ਹਾਂ ਦੇ ਵਿੱਚੋਂ ਤੁਹਾਨੂੰ ਕੁਐਸਚਨ ਦੇਖਣ ਨੂੰ ਮਿਲ ਹੀ ਜਾਣਗੇ ਔਰ ਪਹਿਲਾਂ ਵਾਲੇ ਤੁਸੀਂ ਚੈੱਕ ਕੀਤੇ ਹੋਣਗੇ ਉਹਨਾਂ ਦੇ ਵਿੱਚੋਂ ਅਕਸਰ ਆਏ ਹੋਏ ਕੁਐਸਚਨ ਆ। ਦੇਖੋ, ਇੱਕ ਟੌਪਿਕ ਤੁਹਾਡਾ ਹੈਗਾ ਉਹਦੇ 'ਚੋਂ ਪਾਰਲੀਮੈਂਟ, ਠੀਕ ਆ। ਜਿਹੜੇ ਇੰਪੋਰਟੈਂਟ ਟੌਪਿਕ ਨੇ ਮੈਂ ਤੁਹਾਨੂੰ ਉਹਨਾਂ ਦੀ ਗੱਲ ਕਰਦਾ, ਤਾਂ ਮੈਂ ਉਹਨਾਂ ਦੇ ਬਾਰੇ ਤੁਹਾਨੂੰ ਮੈਂ ਬੇਸਿਕ ਫੈਕਟ ਨੇ ਜਿਹੜੇ ਆਪਾਂ ਕੋਸ਼ਿਸ਼ ਕਰਾਂਗੇ ਵੀ ਜਲਦੀ ਤੋਂ ਜਲਦੀ ਆਪਾਂ ਨਿਬੇੜ ਦਈਏ ਉਹਨਾਂ ਨੂੰ। ਤਾਂ ਉਹਦੇ ਵਿੱਚੋਂ ਪਾਰਲੀਮੈਂਟ ਟੌਪਿਕ ਆ, ਅਤੇ ਐਵੇਂ ਤੁਹਾਡੇ ਹੋਰ ਥੋੜ੍ਹੇ ਜਿਹੇ ਟੌਪਿਕ ਨੇ ਜਿਨ੍ਹਾਂ ਨੂੰ ਤੁਸੀਂ ਥੋੜ੍ਹਾ ਜਿਹਾ ਧਿਆਨ ਦੇਣ ਦੀ ਲੋੜ ਆ। ਜਿਵੇਂ ਕਿ ਉਹਦੇ 'ਚੋਂ ਇੱਕ ਤੁਹਾਡਾ ਟੌਪਿਕ ਹੈਗਾ ਗਾ ਅਟੋਰਨੀ ਜਨਰਲ ਦਾ, ਠੀਕ ਆ। ਅਟੋਰਨੀ ਜਨਰਲ ਹੋ ਗਿਆ, ਤਾਂ ਇਹਦੇ ਨਾਲ ਹੀ ਇੱਕ ਤੁਹਾਡਾ ਹੋ ਗਿਆ ਕੈਗ ਹੋ ਗਿਆ, ਅਤੇ ਸੰਸਦ ਹੋ ਗਿਆ। ਇਹਦੇ 'ਚ ਲੋਕ ਸਭਾ, ਰਾਜ ਸਭਾ, ਸਪੀਕਰ ਤਾਂ ਪ੍ਰੋਟਮ ਸਪੀਕਰ, ਮਤਲਬ ਜਿੰਨੇ ਇਹ 'ਚ ਆ ਗਏ ਸਾਰੇ ਪਾਰਲੀਮੈਂਟ ਦੇ ਵਿੱਚ, ਇਹ ਸਾਰੇ ਆ ਗਏ। ਇਸ ਤੋਂ ਬਾਅਦ ਇੱਕ ਤੁਸੀਂ ਕਰਨਾ ਐਂਟੀ ਡਿਫੈਕਸ਼ਨ ਲਾਅ, ਅਤੇ ਹੋਰ ਇਹ ਤੋਂ ਬਾਅਦ ਜਿਹੜੇ ਇੰਪੋਰਟੈਂਟ ਟੌਪਿਕ ਨੇ ਤੁਹਾਡੇ ਇਲੈਕਸ਼ਨ ਕਮਿਸ਼ਨ ਆਫ ਇੰਡੀਆ, ਤਾਂ ਉਹ ਹੋ ਗਿਆ ਤੁਹਾਡਾ, ਠੀਕ ਆ। ਇਸ ਤੋਂ ਬਾਅਦ ਜਿਹੜੇ ਵੀ ਪਾਰਲੀਮੈਂਟ ਦੇ ਵਿੱਚ ਹੁੰਦੇ ਆ, ਜਿਵੇਂ ਸੈਂਡਾਈਡ ਜਜਮੈਂਟ, ਤਾਂ ਇਹੋ ਜਿਹੀਆਂ ਚੀਜ਼ਾਂ ਹੋ ਗਈਆਂ, ਜਾਂ ਸੰਸਦ ਦੀਆਂ ਯੋਗਤਾ, ਉਹ ਸਾਰਾ ਕੁਛ ਆਪਾਂ ਉਹਦੇ 'ਚ ਹੀ ਕਰ ਲਿਆ। ਤਾਂ ਇੱਕ ਕੋਰਮ ਕੀ ਹੁੰਦਾ, ਕਾਸਟਿੰਗ ਬੋਰਡ ਵਗੈਰਾ ਵਗੈਰਾ, ਤਾਂ ਇਹਦੇ ਵਿੱਚੋਂ ਹੀ ਤੁਹਾਨੂੰ ਕੁਐਸਚਨ ਨੇ ਜਿਹੜੇ ਆ ਜਾਣੇ ਆ। ਬਾਕੀ ਤੁਹਾਨੂੰ ਇਹ ਨਹੀਂ ਹੈਗਾ ਵੀ ਤੁਹਾਨੂੰ ਹਰ ਚੀਜ਼ ਦੇਖਣ ਦੀ ਲੋੜ ਆ। ਬਾਕੀ ਸ਼ਡਿਊਲ ਬਾਰੇ ਜਿੰਨੀ ਕੁ ਜਾਣਕਾਰੀ ਉਹ ਮੈਂ ਤੁਹਾਨੂੰ ਹੁਣ ਦੇ ਦੂੰਗਾ ਵੀ ਕਿਹੜੇ ਕਿਹੜੇ ਸ਼ਡਿਊਲ ਦੇ ਵਿੱਚੋਂ ਤੁਸੀਂ ਕੀ ਕਰਨਾ। ਤਾਂ ਹੁਣ ਦੇਖੋ, ਸਭ ਤੋਂ ਪਹਿਲਾਂ ਆਪਾਂ ਇੱਥੇ ਗੱਲ ਕਰਾਂਗੇ ਅਟੋਰਨੀ ਜਨਰਲ ਦੀ। ਤਾਂ ਪਹਿਲਾਂ ਮੈਂ ਤੁਹਾਨੂੰ ਇਹਦੇ ਬਾਰੇ ਬੇਸਿਕ ਫੈਕਟ ਦੱਸਦਾ, ਫਿਰ ਮੈਂ ਤੁਹਾਨੂੰ ਇਹਦੇ 'ਚੋਂ ਕੁਐਸਚਨ ਬੋਲ ਕੇ ਦੱਸੂੰਗਾ ਵੀ ਤੁਹਾਨੂੰ ਇਹਦਾ ਆਨਸਰ ਕਿਵੇਂ ਦਾ ਬਣ ਸਕਦਾ, ਕੀ ਕੁਛ ਆ ਸਕਦਾ। ਤਾਂ ਜਿਵੇਂ ਪਹਿਲਾਂ ਤੁਸੀਂ ਦੇਖੋ, ਇੱਕ ਕੁਐਸਚਨ ਹੂ ਇਜ਼ ਨੋਨ ਐਜ਼ ਦਾ ਫਸਟ ਲਾਅ ਆਫਿਸਰ ਇਨ ਇੰਡੀਆ। ਹੁਣ ਦੇਖੋ ਆਪਣਾ, ਸੌਰੀ ਲਾਸਟ ਨਹੀਂ, ਫਸਟ ਲਾਅ ਆਫਿਸਰ ਇਨ ਇੰਡੀਆ। ਤਾਂ ਇੰਡੀਆ ਦੇ ਵਿੱਚ ਜਿਹੜਾ ਫਸਟ ਲਾਅ ਆਫਿਸਰ ਹੁੰਦਾ ਉਹ ਕੌਣ ਹੁੰਦਾ? ਤਾਂ ਇਹਦਾ ਬੜਾ ਸਿੰਪਲ ਆਨਸਰ ਆ, ਉਹ ਆਪਣੇ ਕੋਲ ਹੁੰਦਾ ਅਟੋਰਨੀ ਜਨਰਲ। ਤਾਂ ਇੱਥੋਂ ਤੁਹਾਨੂੰ ਕਲੀਅਰ ਹੋ ਗਿਆ ਵੀ ਆਪਣੇ ਇੰਡੀਆ ਦੇ ਵਿੱਚ ਫਸਟ ਲਾਅ ਆਫਿਸਰ ਹੁੰਦਾ ਗਾ ਉਹ ਕਿਹੜਾ ਹੁੰਦਾ। ਹੁਣ ਤੁਹਾਨੂੰ ਜੇ ਫਸਟ ਪਤਾ ਤਾਂ ਨਾਲ ਹੀ ਤੁਹਾਨੂੰ ਇਹ ਵੀ ਆ ਸਕਦਾ ਵੀ ਦੂਸਰਾ ਲਾਅ ਕਿਹੜਾ ਹੁੰਦਾ, ਦੂਸਰਾ ਹੁੰਦਾ ਸੋਲਿਸਿਟਰ ਜਨਰਲ, ਠੀਕ ਆ। ਤਾਂ ਫਸਟ ਤਾਂ ਇਹ ਵਾਲਾ ਹੋ ਗਿਆ, ਅਤੇ ਦੂਸਰਾ ਆਪਣੇ ਕੋਲ ਕਿਹੜਾ ਹੋ ਗਿਆ, ਸੋਲਿਸਿਟਰ ਜਨਰਲ ਹੋ ਗਿਆ ਆਫ ਇੰਡੀਆ। ਤਾਂ ਤੁਹਾਨੂੰ ਇੰਨਾ ਕੁ ਤਾਂ ਇਹਦਾ ਕਲੀਅਰ ਹੋ ਗਿਆ। ਬਾਕੀ ਹੁਣ ਦੇਖੋ, ਇਸ ਤੋਂ ਬਾਅਦ ਤੁਸੀਂ ਧਿਆਨ ਰੱਖਣਾ ਇਹਦੇ ਆਰਟੀਕਲ। ਦੇਖੋ, ਜੇ ਤੁਹਾਨੂੰ ਆ ਵੀ ਗਿਆ ਅਟੋਰਨੀ ਜਨਰਲ ਦੇ ਬਾਰੇ ਦੱਸੋ, ਤਾਂ ਅਟੋਰਨੀ ਜਨਰਲ ਬਾਰੇ ਤੁਸੀਂ ਕੀ ਯਾਦ ਕਰਨਾ, 76, 88, 105, 76, 88, 105। ਤਾਂ ਆਰਟੀਕਲ 76 ਦੇ ਵਿੱਚ 88, 105, ਇਹ ਤਿੰਨ ਆਰਟੀਕਲ ਨੇ ਜਿਹੜੇ ਬੇਸਿਕਲੀ ਇਹਦੇ ਨਾਲ ਡੀਲ ਕਰਦੇ ਆ। ਇਹਨਾਂ ਨੂੰ ਆਪਾਂ ਬਸ ਇੰਨਾ ਹੀ ਧਿਆਨ ਦੇ ਵਿੱਚ ਰੱਖਣਾ। ਹੁਣ ਕੱਲਾ ਆਪਾਂ ਨਹੀਂ ਐਕਸਪਲੇਨ ਕਰਨਾ ਅੱਗੇ, ਬਸ ਤੁਸੀਂ ਇਹ ਆ ਸਕਦਾ ਤੁਹਾਨੂੰ ਵੀ ਇਹ ਕਿਹੜੇ ਆਰਟੀਕਲ ਦੇ ਵਿੱਚ ਆ। ਤੁਸੀਂ ਕਹੋਗੇ 76 ਦੇ ਵਿੱਚ, ਤਾਂ 88 ਅਤੇ 105 ਵੈਸੇ ਇਹਦੇ ਨਾਲ ਡੀਲ ਕਰਦੇ ਆ। ਤੁਸੀਂ ਇੰਨਾ ਕਿਤੇ ਨੂੰ ਧਿਆਨ ਦੇ ਵਿੱਚ ਰੱਖਿਓ। ਤਾਂ ਇਹਦੇ ਨਾਲ ਹੋਰ ਵੀ ਕੁਐਸਚਨ ਬਣਦੇ, ਅਟੋਰਨੀ ਜਨਰਲ ਆਫ ਇੰਡੀਆ ਇਜ਼ ਲੀਗਲ ਐਡਵਾਈਜ਼ਰ ਟੂ ਕਿਹਦਾ ਹੁੰਦਾ, ਗਵਰਨਮੈਂਟ ਆਫ ਇੰਡੀਆ ਦਾ ਹੁੰਦਾ। ਤਾਂ ਤੁਹਾਨੂੰ ਫਸਟ ਲਾਅ ਆਫਿਸਰ ਦੇ ਵਿੱਚ ਆ ਸਕਦਾ, ਹਾਊ ਇਜ਼ ਅਟੋਰਨੀ ਜਨਰਲ ਆਫ ਇੰਡੀਆ ਅਪੋਇੰਟਡ। ਤਾਂ ਹੁਣ ਦੇਖੋ, ਇਸ ਤੋਂ ਬਾਅਦ ਆਉਂਦਾ ਪਹਿਲਾਂ ਤਾਂ ਫਸਟ ਲਾਅ ਆਫਿਸਰ ਹੁੰਦਾ ਆਪਣੀ ਸੈਂਟਰਲ ਗਵਰਨਮੈਂਟ ਦਾ, ਠੀਕ ਆ। ਜਾਂ ਫਿਰ ਆਪਣੇ ਇੰਡੀਆ ਦੇ ਵਿੱਚ ਕਹਿ ਲਓ ਤੁਸੀਂ, ਆਪਾਂ ਇੱਥੇ ਕੀ ਲਿਖ ਸਕਦੇ ਹਾਂ, ਤਾਂ ਇਹਨੂੰ ਆਪਾਂ ਲਿਖ ਸਕਦੇ ਹਾਂ ਨਾਲੇ ਤਾਂ ਹੈਗਾ ਫਸਟ ਪਲੱਸ ਹਾਈਐਸਟ। ਹਾਈਐਸਟ ਵੀ ਆਪਣੇ ਦੇਸ਼ ਦਾ, ਔਰ ਫਸਟ ਹੈਗਾ ਆਪਣੇ ਸੈਂਟਰਲ ਗਵਰਨਮੈਂਟ ਦਾ ਕੀ ਲਾਅ ਆਫਿਸਰ, ਕਲੀਅਰ। ਤਾਂ ਇੱਥੋਂ ਤੱਕ ਤੁਹਾਨੂੰ ਇਹਦਾ ਕਲੀਅਰ ਹੋ ਗਿਆ। ਬਾਕੀ ਜੇ ਗੱਲ ਆਉਂਦੀ ਇਹਦੀ ਨਿਯੁਕਤੀ ਦੀ, ਮਤਲਬ ਕਿ ਅਪੋਇੰਟਮੈਂਟ, ਮੈਂ ਸਪੈਲਿੰਗ 'ਤੇ ਇੰਨਾ ਧਿਆਨ ਨਹੀਂ ਦੇ ਰਿਹਾ, ਬਸ ਤੁਸੀਂ ਧਿਆਨ ਦੇ ਨਾਲ ਸੁਣਨਾ ਹੀ ਆ। ਅਪੋਇੰਟਮੈਂਟ ਐਂਡ ਰਿਮੂਵ, ਇਹਨੂੰ ਮਤਲਬ ਕਿ ਹਟਾਉਣਾ ਚਾਹੇ ਇਹਨੂੰ ਲਾਉਣਾ ਗਾ, ਉਹ ਕੌਣ ਕਰਦੇ ਆਪਣੇ ਪ੍ਰੈਜ਼ੀਡੈਂਟ ਸਾਹਿਬ। ਹੁਣ ਜੇ ਪ੍ਰੈਜ਼ੀਡੈਂਟ ਦੀ ਗੱਲ ਕਰ ਲਈ ਤਾਂ ਪ੍ਰੈਜ਼ੀਡੈਂਟ ਰਾਮਨਾਥ ਕੋਵਿੰਦ ਨੇ। ਆਰਟੀਕਲ ਕਿੰਨੇ ਦੇ ਵਿੱਚ ਆਉਂਦੇ ਆ, P52 ਮੈਂ ਤੁਹਾਨੂੰ ਲਿਖਾਉਂਦਾ ਹੁੰਦਾ, ਮਤਲਬ ਕਿ 52 ਦੇ ਵਿੱਚ ਆਉਂਦੇ ਆ। ਹੁਣ ਜੇ ਪ੍ਰੈਜ਼ੀਡੈਂਟ ਦੀ ਗੱਲ ਕਰੀ ਹੋਈ ਆ, ਨਾਲ ਆਪਾਂ ਇਹਦੇ ਵੀ ਦੇਖ ਲੈਂਦੇ ਹਾਂ ਵੀ ਇਹਨਾਂ ਦੇ ਕੋਲੇ ਕਿਹੜੀਆਂ ਕਿਹੜੀਆਂ ਪਾਵਰ ਹੁੰਦੀਆਂ ਨੇ। ਤਾਂ ਇੱਕ ਤਾਂ ਇਹਦੀ ਪਾਵਰ ਹੁੰਦੀ ਆ ਆਰਟੀਕਲ 123, ਮਤਲਬ ਕਿ ਹਟਵਾਂ ਜਿਹਾ ਆਰਟੀਕਲ ਆਉਂਦਾ ਇਹਨਾਂ ਦੇ ਨਾਲ। ਇਹਦੇ 'ਚ ਇਹਨਾਂ ਦੀ ਕਿਹੜੀ ਹੁੰਦੀ ਆ, ਆਰਡੀਨੈਂਸ ਪਾਵਰ। ਆਰਡੀਨੈਂਸ ਜਿਵੇਂ ਕਿ ਕੋਈ ਵੀ ਬਿੱਲ ਆ ਸੰਸਦ ਤੋਂ ਬਾਅਦ ਨਹੀਂ ਚੱਲ ਰਿਹਾ ਹੁੰਦਾ, ਸਤਰ ਉਦੋਂ ਪਾਸ ਕੀਤਾ ਜਾਂਦਾ, ਉਹਨੂੰ ਅਸੀਂ ਕਹਿੰਦੇ ਆਰਡੀਨਰੀ ਪਾਵਰ। ਤਾਂ ਇਹ ਆਰਟੀਕਲ ਕਿੰਨੇ ਦੇ ਵਿੱਚ ਆ, 123 ਦੇ ਵਿੱਚ ਆ। ਅਤੇ ਇੱਕ ਹੁੰਦਾ ਆਰਟੀਕਲ ਇਹਨਾਂ ਦੇ ਨਾਲ ਡੀਲ ਕਰਦਾ, ਆਰਟੀਕਲ 143। ਇਹਦੇ ਨਾਲ ਕੀ ਹੁੰਦਾ, ਸੁਪਰੀਮ ਕੋਰਟ ਦੇ ਨਾਲ ਆਪਾਂ ਇਹ 'ਚ ਪੜ੍ਹਦੇ ਹਾਂ ਜੁਡੀਸ਼ਰੀ ਸੁਪਰੀਮ ਕੋਰਟ। ਸੁਪਰੀਮ ਕੋਰਟ 124 ਤੋਂ ਲੈ ਕੇ ਆਪਾਂ 147 ਆਰਟੀਕਲ ਤੱਕ ਪੜ੍ਹਦੇ ਹਾਂ। ਤਾਂ ਇਹਦੇ 'ਚ ਇੱਕ ਆਰਟੀਕਲ ਪੜ੍ਹਦੇ ਹਾਂ 143। ਉਹਦੇ 'ਚ ਕੀ ਹੁੰਦਾ ਵੀ ਜਦੋਂ ਉਹਨੂੰ ਕੋਈ ਲੱਗੇ ਵੀ ਮਸਲਾ ਆਪਾਂ ਸੁਪਰੀਮ ਕੋਰਟ ਦੇ ਜੱਜ ਨਾਲ ਆਪਾਂ ਨੂੰ ਡਿਸਕਸ ਕਰਨਾ ਚਾਹੀਦਾ, ਤਾਂ ਉਦੋਂ ਫਿਰ ਇਹ ਸੁਪਰੀਮ ਕੋਰਟ ਦੇ ਨਾਲ ਡਿਸਕਸ ਕੀਤਾ ਜਾਂਦਾ। ਤਾਂ ਹੁਣ ਦੇਖੋ, ਮੈਂ ਤੁਹਾਨੂੰ ਐਵੇਂ ਹੀ ਹਰੇਕ ਚੀਜ਼ ਦੇ ਵਿੱਚੋਂ ਜਿੰਨੇ ਪੁਆਇੰਟ ਆਪਣੇ ਬਣ ਸਕਣਗੇ ਆਪਾਂ ਉਨੀ ਪੋਲਿਟੀ ਦੇ ਵਿੱਚੋਂ ਖੰਗੋਲ ਕੇ ਦੇਖਣੀ ਆ ਵੀ ਜਲਦੀ ਤੋਂ ਜਲਦੀ ਆਪਣੀ ਕਵਰ ਹੋ ਸਕੇ। ਤਾਂ ਇਹ ਤੁਹਾਨੂੰ ਕਲੀਅਰ ਹੋ ਗਿਆ। ਤਾਂ ਸੁਪਰੀਮ ਕੋਰਟ ਦੇ ਆਰਟੀਕਲ ਵੀ ਤੁਹਾਨੂੰ ਪਤਾ ਲੱਗ ਗਿਆ, ਆਰਟੀਕਲ 143 ਇਹਦੇ ਨਾਲ ਇਹ ਡੀਲ ਕਰਦੇ ਆ, ਮਤਲਬ ਕਿ ਉੱਥੋਂ ਜਾਂਦਾ ਕੌਣ, ਅਟੋਰਨੀ ਜਨਰਲ ਹੀ ਗੱਲਬਾਤ ਕਰਦਾ ਹੁੰਦਾ ਇੱਥੇ ਵੀ। ਇੱਥੋਂ ਤੱਕ ਤੁਹਾਨੂੰ ਕਲੀਅਰ ਆ। ਅਤੇ ਇਸ ਤੋਂ ਬਾਅਦ ਦੇਖੋ, ਇੱਕ ਆਪਾਂ ਦੇਖਣੀਆਂ ਨੇ ਹੁਣ ਰਾਸ਼ਟਰਪਤੀ ਦੀਆਂ ਕੀ ਕਹਿੰਦੇ ਉਹਨੂੰ, ਐਮਰਜੈਂਸੀ ਪਾਵਰ, ਠੀਕ ਆ। ਐਮਰਜੈਂਸੀ ਪਾਵਰਸ ਕਿਹੜੀਆਂ ਨੇ, ਇਹਦੇ 'ਚ ਆਰਟੀਕਲ ਨੇ 352, ਮਤਲਬ ਕਿ 4 ਦੇ ਗੈਪ 'ਤੇ ਆ, 356 ਅਤੇ 360। ਤਾਂ ਇੱਕ ਹੈਗੀ ਇਹਦੀ ਨੈਸ਼ਨਲ, ਇੱਕ ਹੈਗੀ ਆ ਫਾਈਨੈਂਸ਼ੀਅਲ, ਔਰ ਇੱਕ
ਉਹ ਤੁਸੀਂ ਕਮੈਂਟ ਕਰਕੇ ਦੱਸਿਓ, ਠੀਕ ਆ। ਤਾਂ ਇਹ ਤਿੰਨ ਦੀਆਂ ਕਿਹਦੀਆਂ, ਇਹ ਰਾਸ਼ਟਰਪਤੀ ਦੀਆਂ ਪਾਵਰਾਂ ਨੇ ਸੰਕਟਕਾਲੀਨ ਸ਼ਕਤੀਆਂ, ਜਿਹਨੂੰ ਆਪਾਂ ਕਹਿੰਦੇ ਐਮਰਜੈਂਸੀ ਪਾਵਰ। ਇਹ ਜਰਮਨੀ ਤੋਂ ਲਈਆਂ ਹੋਈਆਂ ਨੇ, ਆਪਾਂ ਕਿੱਥੋਂ ਅਡੋਪਟ ਕੀਤੀਆਂ ਨੇ, ਇਹ ਜਰਮਨੀ ਤੋਂ ਕੀਤੀਆਂ ਨੇ। ਤਾਂ ਆਹ ਤਾਂ ਇਹਦੇ ਇੰਨੇ ਕੁ ਬੇਸਿਕ ਪੁਆਇੰਟ ਸੀਗੇ, ਤੁਹਾਨੂੰ ਕਲੀਅਰ ਹੋ ਗਏ ਹੋਣਗੇ, ਠੀਕ ਆ। ਤਾਂ ਇਹ ਤੋਂ ਬਾਅਦ ਦੇਖੋ, ਤੇ ਇਹਦਾ ਆਪਾਂ ਕਰੀਏ, ਜੇ ਇਹਨੇ ਰਿਜ਼ਾਈਨ ਦੇਣਾ ਹੋਵੇ, ਠੀਕ ਆ, ਅਪਾਇੰਟਮੈਂਟ ਦੀ ਗੱਲ ਕਰ ਲਈ, ਆਪਾਂ ਇਹਦੀ ਵੀ ਗੱਲ ਕਰ ਲਈ। ਜੇ ਹੁਣ ਅਟਾਰਨੀ ਜਨਰਲ ਨੇ ਆਪਦਾ ਕੀ ਕਰਨਾ, ਅਸਤੀਫਾ ਦੇਣਾ, ਅਸਤੀਫਾ ਵੀ ਕਿਹਨੂੰ ਦਊਗਾ, ਇਹ ਰਾਸ਼ਟਰਪਤੀ ਨੂੰ, ਠੀਕ ਆ। ਤੇ ਇਹ ਹੋਰ ਕਦੋਂ ਹਟ ਸਕਦਾ, ਜੇ ਆਪਣੀ ਜਿਹੜੀ ਕਾਊਂਸਲ ਆਫ ਮਿਨਿਸਟਰ ਆ, ਮਤਲਬ ਕਿ ਜਿੰਨਾ ਇਹਨਾਂ ਦੇ ਸਰਕਾਰ ਐਮਪੀ ਹੁੰਦੇ ਨੇ ਸਾਰੇ, ਜੇ ਕਾਊਂਸਲ ਆਫ ਮਿਨਿਸਟਰ ਆ ਜਿਹੜੀ, ਜਾਂ ਤਾਂ ਇਹ ਕੀ ਕਰ ਜੇ, ਰਿਜ਼ਾਈਨ ਦੇ ਜੇ, ਜਾਂ ਫਿਰ ਇਹ ਕੀ ਕਰੇ, ਮਤਲਬ ਕਿ ਬਦਲੀ ਜਾਵੇ, ਰਿਪਲੇਸ ਕਰ ਦੇ, ਤਾਂ ਵੀ ਇਹਨੂੰ ਕੀ ਕਰਨਾ ਪੈਂਦਾ, ਅਸਤੀਫਾ ਦੇਣਾ ਪੈਂਦਾ ਜਾਂ ਹਟਾ ਦਿੱਤਾ ਜਾਂਦਾ। ਇੱਥੋਂ ਤੱਕ ਤੁਹਾਨੂੰ ਕਲੀਅਰ ਆ। ਵੈਸੇ ਸੈਲਰੀ ਮੌਜੂਦਾ 2.5 ਲੱਖ ਆ, ਪਰ ਆਪਣਾ ਸੰਵਿਧਾਨ ਇਹਦੀ ਸੈਲਰੀ ਨੂੰ ਫਿਕਸ ਨਹੀਂ ਕਰਦਾ। ਇੱਥੋਂ ਤੱਕ ਕਲੀਅਰ ਆ। ਇੱਕ ਤੁਸੀਂ ਇਹਦੇ 'ਚ ਯਾਦ ਰੱਖਣਾ ਵੀ ਪਹਿਲਾ ਕਿਹੜਾ ਸੀ, MC ਸੀਤਲਵਾੜ, MC ਸੀਤਲਵਾੜ। ਇਹਦੇ 'ਚ ਤੁਹਾਨੂੰ ਇੱਕ ਦਾ ਕੁਐਸਚਨ ਪੱਕਾ ਦੇਖਣ ਨੂੰ ਮਿਲੂਗਾ, ਜੇ ਤੁਸੀਂ ਪਹਿਲਾਂ ਵਾਲਾ ਪੇਪਰ ਦੇਖਿਆ, ਅਟਾਰਨੀ ਜਨਰਲ ਦੇ ਵਿੱਚੋਂ ਕੁਐਸਚਨ ਆਏ ਹੋਏ ਨੇ, ਤਾਂ ਕਰਕੇ ਮੈਂ ਤੁਹਾਨੂੰ ਇੰਨਾ ਥੋੜ੍ਹਾ ਜਿਹਾ ਇਹਦੇ ਨਾਲ ਜ਼ਿਆਦਾ ਤੁਹਾਨੂੰ ਕਰਾ ਰਿਹਾ। ਬਾਕੀ ਜੇ ਇਹਦੀ ਗੱਲ ਕਰੀਏ ਆਪਾਂ ਕਾਰਜਕਾਲ ਦੀ, ਠੀਕ ਆ, ਕਾਹਦੀ ਗੱਲ ਕਰੀਏ ਆਪਾਂ, ਇਹਦੇ ਕਾਰਜਕਾਲ ਦੀ ਗੱਲ ਕਰਦੇ ਹਾਂ, ਤਾਂ ਇਹ ਤੁਸੀਂ ਕਹਿ ਲਓ ਨੋ ਫਿਕਸ, ਮਤਲਬ ਸੰਵਿਧਾਨ ਦੇ ਦੁਆਰਾ ਕੋਈ ਫਿਕਸ ਨਹੀਂ ਹੈਗਾ। ਤੇ ਜੇ ਆਪਾਂ ਗੱਲ ਕਰੀਏ ਵੀ ਮੈਕਸਿਮਮ ਏਜ ਕਿੰਨੀ ਆ, ਨਾ ਹੀ ਇਹਦੇ 'ਤੇ ਕੋਈ ਏਜ ਲਿਮਟ ਆ, ਠੀਕ ਆ, ਨੋ ਏਜ ਲਿਮਟ, ਮਤਲਬ ਕਿ ਇਹ ਵੀ ਨਹੀਂ ਵੀ ਕਿੰਨੇ ਸਾਲ ਕੰਮ ਕਰੂਗਾ, ਇਹ ਵੀ ਨਹੀਂ ਵੀ ਕਿੰਨੀ ਉਮਰ ਤੱਕ ਕੰਮ ਕਰੂਗਾ ਜਾਂ ਰਿਟਾਇਰ ਹੋ ਜਾਊਗਾ। ਤੇ ਨਾ ਹੀ ਸੰਵਿਧਾਨ ਦੇ ਵਿੱਚ ਇਹਨੂੰ ਹਟਾਉਣ ਦਾ ਰਿਮੂਵਲ ਪ੍ਰੋਸੀਜਰ ਦੱਸਿਆ ਹੋਇਆ। ਸੰਵਿਧਾਨ ਤਿੰਨਾਂ ਗੱਲਾਂ 'ਤੇ ਚੁੱਪ ਆ, ਨਾ ਇਹਦੀ ਏਜ ਫਿਕਸ ਆ, ਨਾ ਇਹਦਾ ਟਰਨਿਓਰ ਫਿਕਸ ਆ, ਨਾ ਹੀ ਇਹਦਾ ਰਿਮੂਵਲ ਪ੍ਰੋਸੀਜਰ ਫਿਕਸ ਆ, ਠੀਕ ਆ। ਆਹ ਹੋ ਗਏ। ਬਾਕੀ ਹੁਣ ਇਹਦੇ ਆਪਾਂ ਗੱਲ ਕਰਦੇ ਹਾਂ ਥੋੜ੍ਹੇ ਜਿਹੇ ਵਿਸ਼ੇਸ਼ ਰਾਈਟ ਕਿਹੜੇ ਕਿਹੜੇ ਨੇ, ਹੈ ਨਾ। ਤਾਂ ਮਤਲਬ ਕਿ ਅਟਾਰਨੀ ਜਨਰਲ ਹੋਣ ਦਾ ਕੁਛ ਤਾਂ ਫਾਇਦਾ ਹੋਵੇ, ਜਿਵੇਂ ਕਿ ਹੁਣ ਆਪਣਾ ਫਸਟ ਲਾਅ ਆਫਿਸਰ ਆ। ਤਾਂ ਹੁਣ ਦੇਖੋ ਇਹਦੇ ਕੋਲ ਕੀ ਹੁੰਦਾ, ਪਹਿਲੇ ਨੰਬਰ 'ਤੇ ਹੁੰਦਾ ਰਾਈਟ ਹੁੰਦਾ, ਠੀਕ ਆ। ਰਾਈਟ ਕਾਹਦਾ ਹੁੰਦਾ, ਆਡੀਅੰਸ। ਆਡੀਅੰਸ ਕਿੱਥੇ, ਜਿੰਨੀਆਂ ਵੀ ਕੋਰਟਸ ਨੇ ਭਾਰਤ ਦੇ ਵਿੱਚ, ਸੁਪਰੀਮ ਕੋਰਟ, ਹਾਈ ਕੋਰਟ, ਡਿਸਟ੍ਰਿਕਟ ਕੋਰਟ, ਕਿਸੇ ਦੇ ਵਿੱਚ ਵੀ ਇਹ ਜਾ ਸਕਦਾ, ਕੇਸ ਲੜ ਸਕਦਾ, ਪਰਸਨਲ ਕੇਸ ਵੀ ਵੈਸੇ ਦੇਖ ਸਕਦਾ। ਔਰ ਹੋਰ ਇਹਨੂੰ ਰਾਈਟ ਹੁੰਦਾ ਸਿਟਿੰਗ ਦਾ। ਹੁਣ ਸਿਟਿੰਗ ਆਪਾਂ ਕਿੱਥੇ ਪੜ੍ਹਦੇ ਹਾਂ, ਲੋਕ ਸਭਾ ਦੇ ਵਿੱਚ ਹੁੰਦੀ ਆ, ਰਾਜ ਸਭਾ ਦੇ ਵਿੱਚ ਹੁੰਦੀ ਆ, ਠੀਕ ਆ। ਲੋਕ ਸਭਾ ਰਾਜ ਸਭਾ ਦੇ ਵਿੱਚ ਕਿਤੇ ਵੀ ਬੈਠ ਸਕਦਾ, ਇੱਥੇ ਹੀ ਨਹੀਂ, ਚਾਹੇ ਇਹਨਾਂ ਦੀ ਕੋਈ ਜੁਆਇੰਟ ਸਿਟਿੰਗ ਚੱਲਦੀ ਆ ਉਹਦੇ 'ਚ ਵੀ ਬੈਠ ਸਕਦਾ, ਤਾਂ ਠੀਕ ਆ। ਤਾਂ ਇਹਨਾਂ ਦੇ ਵਿੱਚ ਬੈਠਣ ਦਾ ਵੀ ਰਾਈਟ ਹੁੰਦਾ। ਬਾਕੀ ਜੇ ਹੁਣ ਇੱਥੇ ਬੈਠ ਵੀ ਸਕਦਾ ਨਾ, ਤਾਂ ਇਕੱਲੇ ਬਹਿ ਕੇ ਚੁੱਪ ਵੀ ਨਹੀਂ ਕਰ ਸਕਦੇ, ਮਤਲਬ ਕਿ ਐਡਵਾਈਸ ਵੀ ਕਰ ਸਕਦਾ, ਐਡਵਾਈਸ ਵੀ ਕਰ ਸਕਦਾ ਉਹਨਾਂ ਨੂੰ, ਐਡਰੈਸ ਕਰ ਸਕਦਾ ਕਿਸੇ ਹਾਊਸ ਨੂੰ। 2 ਤੇ ਤੀਸਰਾ, ਜਿਹੜੀਆਂ PAC ਹੁੰਦੀਆਂ, PAC ਜਾਣੀ ਕਿ ਪਬਲਿਕ ਅਕਾਊਂਟ ਕਮੇਟੀ ਆਪਾਂ ਜਿਹਨਾਂ ਨੂੰ ਕਹਿੰਦੇ ਆ, ਠੀਕ ਆ, ਪਬਲਿਕ ਅਕਾਊਂਟ ਕਮੇਟੀ ਹੁੰਦੀਆਂ ਨੇ, ਤਾਂ ਇਹਨਾਂ ਦੇ ਵਿੱਚ ਵੀ ਭਾਗ ਲੈ ਸਕਦਾ। ਆਹ ਇਹਨਾਂ ਦੇ ਵਿਸ਼ੇਸ਼ ਰਾਈਟ ਨੇ। ਹੁਣ ਇਹ ਤਾਂ ਹੋ ਗਏ ਵਿਸ਼ੇਸ਼ ਰਾਈਟ। ਹੁਣ ਜੇ ਆਪਾਂ ਮੈਂ ਇੱਥੇ ਗੱਲ ਕਰਾਂ ਵੀ ਇਹਦੇ ਕੋਲ ਹੁੰਦਾ ਕੀ ਨਹੀਂ, ਜਦ ਇੰਨੀਆਂ ਪਾਵਰਾਂ ਹੋਰ ਦਿੰਦੀਆਂ, ਬਟ ਇਹਦੇ ਕੋਲ ਕਾਹਦਾ ਰਾਈਟ ਨਹੀਂ ਹੁੰਦਾ, ਵੋਟਿੰਗ ਰਾਈਟ ਇਹਦੇ ਕੋਲ ਨਹੀਂ ਹੁੰਦਾ, ਠੀਕ ਆ। ਇੱਕ ਵੋਟਿੰਗ ਰਾਈਟ ਨਹੀਂ ਹੁੰਦਾ, ਨਾ ਹੀ ਇਹ ਨੋ MP, ਠੀਕ ਆ, ਕਿਸੇ ਵੀ ਹਾਊਸ ਦਾ, ਨਾ ਹੀ ਇਹ ਕੀ ਹੁੰਦਾ MP ਵੀ ਨਹੀਂ ਹੁੰਦਾ ਕਿਸੇ ਵੀ ਹਾਊਸ ਦਾ। ਪਰ ਜਿੰਨਾ ਚਿਰ ਇੱਥੇ ਬੈਠਦਾ ਉਹਨੂੰ ਸਾਰੀਆਂ ਪ੍ਰਿਵਿਲੇਜਸ ਹੁੰਦੀਆਂ ਨੇ, ਉਹ ਸਾਰੀਆਂ ਇਮਿਊਨਿਟੀ ਸੰਸਦ ਦੇ MP ਦੇ ਵਾਂਗ ਹੀ ਮਿਲਦੀਆਂ ਨੇ। ਇੱਥੋਂ ਤੱਕ ਤੁਹਾਨੂੰ ਕਲੀਅਰ ਹੁੰਦਾ ਚੱਲਦਾ ਹੋਊਗਾ। ਤੇ ਜੇ ਆਪਾਂ ਗੱਲ ਕਰੀਏ ਯੋਗਤਾ ਦੀ, ਤਾਂ ਇਹਨਾਂ ਦੇ ਵਿੱਚੋਂ ਯੋਗਤਾ, ਕਿਉਂਕਿ ਆਪਾਂ PPSC ਦਾ ਐਗਜ਼ਾਮ ਦੇ ਰਹੇ ਹਾਂ, ਤਾਂ ਇਹਦੇ 'ਚ ਕਈ ਵਾਰ ਇਹੀ ਹੁੰਦਾ ਵੀ ਮਤਲਬ ਕਿ ਤੁਹਾਨੂੰ ਉਹ ਪੁੱਛਦੇ ਆ, ਤਾਂ ਪੁੱਛਦੇ ਕੀ, ਤਾਂ ਉਹਦੇ 'ਚ ਤੁਹਾਨੂੰ ਇਹ ਕਹਿ ਦਿੰਦੇ ਨੇ ਵੀ ਇਹਦੀਆਂ ਯੋਗਤਾ ਸਟੇਟਮੈਂਟ ਤਾਂ ਇਹੋ ਜਿਹੀਆਂ ਚੀਜ਼ਾਂ ਨਾਲ ਹੀ ਬਣਦੀਆਂ ਹੁੰਦੀਆਂ। ਪਹਿਲੇ ਨੰਬਰ 'ਤੇ ਆਪਾਂ ਜਿਵੇਂ ਬਾਕੀ ਸਭ ਦੇ ਵਿੱਚ ਪੜ੍ਹਦੇ ਹਾਂ ਵੀ ਸਿਟੀਜ਼ਨ ਹੋਣਾ ਚਾਹੀਦਾ ਇੱਕ, ਤੇ ਦੂਸਰਾ ਸੁਪਰੀਮ ਕੋਰਟ ਦਾ ਜੱਜ ਬਣਨ ਦੇ ਲਈ, ਠੀਕ ਆ, ਸਾਰੀਆਂ ਯੋਗਤਾਵਾਂ ਜਿਹੜੀਆਂ ਉਹ ਪੂਰੀਆਂ ਕਰਦਾ ਹੋਵੇ। ਤਾਂ ਸੁਪਰੀਮ ਕੋਰਟ ਦਾ ਜੱਜ ਬਣਨ ਲਈ ਕੀ ਯੋਗਤਾ ਹੁੰਦੀ ਹੈ, ਇੱਕ 10 ਸਾਲ ਹੁੰਦੀ ਹੈ, ਇੱਕ 5 ਸਾਲ ਹੁੰਦੀ ਆ। ਦੇਖੋ ਜੇ ਤਾਂ 10 ਸਾਲ ਆ ਤਾਂ ਫਿਰ ਉਹ ਕੀ ਰਹਿਣਾ ਹੋਣਾ ਚਾਹੀਦਾ, ਉੱਥੇ ਐਡਵੋਕੇਟ ਹੋਵੇ। ਤੇ ਜੇ ਉਹ 5 ਸਾਲ ਹੀ ਆ ਤਾਂ ਫਿਰ ਉਹ ਕੀ ਹੋਣਾ ਚਾਹੀਦਾ, ਜੱਜ ਹੋਣਾ ਚਾਹੀਦਾ। ਆਹ ਦੋਨੇ ਤਿੰਨੇ ਯੋਗਤਾ ਨੇ, ਇਹੀ ਚੱਲਦੀਆਂ ਨੇ ਸੁਪਰੀਮ ਕੋਰਟ ਦੇ ਜੱਜ ਦੇ ਲਈ, ਤੇ ਉਹੀ ਚੱਲਦੀਆਂ ਨੇ ਸਾਰੀਆਂ ਯੋਗਤਾਵਾਂ ਇਹਦੇ ਲਈ। ਇੱਥੋਂ ਤੱਕ ਕਲੀਅਰ ਆ। ਬਾਕੀ ਰਾਸ਼ਟਰਪਤੀ ਜਿਹੜੇ ਵੀ ਕੰਮ ਦੀ ਜ਼ਿੰਮੇਵਾਰੀ ਦੇ ਦੇ, ਜਾਂ ਗਵਰਨਮੈਂਟ ਦਾ ਮੁੱਦਾ ਇਹਨਾਂ ਕੋਲੇ ਕਹਦੇ ਵੀ ਇਹਨਾਂ ਨੂੰ ਐਡਵਾਈਸ ਦੇਣੀ ਆ, ਕੋਈ ਲੀਗਲ ਮੈਟਰ ਆ, ਤਾਂ ਉਦੋਂ ਬਾਅਦ ਇਹ ਇਹਨਾਂ ਨੂੰ ਕਰਨਾ ਪੈਂਦਾ, ਠੀਕ ਆ। ਬਾਕੀ ਇਹ ਕਦੇ ਵੀ ਸਰਕਾਰ ਦੇ ਖਿਲਾਫ ਨਹੀਂ ਜਾ ਸਕਦਾ, ਨਾ ਗਵਰਨਮੈਂਟ ਦੇ ਖਿਲਾਫ ਹੋ ਸਕਦਾ। ਆਹ ਤੁਸੀਂ ਧਿਆਨ 'ਚ ਰੱਖਣਾ। ਈਵਨ ਇੱਥੋਂ ਤੱਕ ਕਿ ਇਹ ਕਿਸੇ ਮੰਤਰਾਲੇ ਨੂੰ, ਹੋਰ ਮੰਤਰਾਲੇ ਨੂੰ ਐਡਵਾਈਸ ਵੀ ਨਹੀਂ ਦੇ ਸਕਦਾ ਜਦ ਤੱਕ ਮਿਨਿਸਟਰੀ ਲਾਅ ਐਂਡ ਜਸਟਿਸ ਡਿਪਾਰਟਮੈਂਟ ਆ ਜਿਹੜਾ, ਉਹਦੇ ਤੋਂ ਆਗਿਆ ਨਹੀਂ ਲੈ ਲੈਂਦਾ। ਇੱਥੋਂ ਤੱਕ ਕਲੀਅਰ ਆ। ਬਾਕੀ ਇਹਨੂੰ ਅਸੀਂ ਕਾਹਦੇ 'ਚ ਸ਼ਾਮਲ ਨਹੀਂ ਕਰਦੇ, ਗਵਰਨਮੈਂਟ ਦੇ ਸਰਵੈਂਟਸ ਦੇ ਵਿੱਚ, ਠੀਕ ਆ, ਸਰਵੈਂਟਸ ਦੇ ਵਿੱਚ ਇਹਨੂੰ ਕੀ ਨਹੀਂ ਕਾਊਂਟ ਨਹੀਂ ਕਰਦੇ। ਤਾਂ ਇਸ ਤੋਂ ਬਾਅਦ ਦੇਖੋ ਇੱਕ ਆਪਾਂ ਗੱਲ ਕਰਦੇ ਹੁੰਦੇ ਇਹਦੇ ਨਾਲ ਹੀ ਸੋਲਿਸਿਟਰ ਜਨਰਲ ਦੀ। ਓਕੇ, ਆਪਾਂ ਸੋਲਿਸਿਟਰ ਜਨਰਲ ਦੀ ਗੱਲ ਕਰਦੇ ਹਾਂ, ਇਹਨੂੰ ਵੀ ਤੁਸੀਂ ਧਿਆਨ ਦੇ ਵਿੱਚ ਰੱਖਣਾ। ਇਹ ਸੈਕੰਡ ਲਾਅ ਆਫਿਸਰ ਆ। ਤਾਂ ਇਹ ਕਾਹਦੇ ਲਈ ਹੁੰਦਾ, ਇਹ ਏਜ ਹੀ ਲਿਖ ਰਿਹਾ ਮੈਂ, ਅਟਾਰਨੀ ਜਨਰਲ। ਅਟਾਰਨੀ ਜਨਰਲ ਦੇ ਕੰਮ ਮਦਦ ਦੇ ਲਈ, ਉਹਦੇ ਕੰਮਕਾਰ ਪੂਰੇ ਕਰਨ ਦੇ ਲਈ ਇਹ ਹੁੰਦਾ। ਤੇ ਇਹਦੀ ਮਦਦ ਦੇ ਲਈ ਅੱਗੇ ਹੋਰ ਵੀ ਹੋ ਸਕਦੇ ਆ, ਠੀਕ ਆ। ਇਹਦੀ ਮਦਦ ਦੇ ਲਈ ਐਡੀਸ਼ਨਲ ਸੋਲਿਸਿਟਰ ਜਨਰਲ ਨੇ ਜਿਹੜੇ, ਉਹ ਵੀ ਅੱਗੇ ਹੋ ਸਕਦੇ ਆ। ਪਰ ਇੱਕ ਤੋਂ ਗੱਲ ਤੁਸੀਂ ਯਾਦ ਰੱਖਣੀ ਆ
ਵੀ ਆਪਾਂ ਪਹਿਲਾਂ ਕਹਿ ਕੇ ਹਟਿਆ ਵੀ ਆਰਟੀਕਲ ਕਿੰਨਾ ਡੀਲ ਕਰਦਾ ਅਟਾਰਨੀ ਜਨਰਲ ਦੇ ਨਾਲ 76, ਪਰ ਆਰਟੀਕਲ ਜਿਹੜਾ 76 ਆ, ਆਰਟੀਕਲ 76 ਸਿਰਫ ਇਹ ਕਹਿੰਦਾ ਗਾ ਵੀ ਆਪਣੇ ਇਕੱਲਾ ਅਟਾਰਨੀ ਜਨਰਲ ਹੋਊਗਾ ਆ ਉਸ ਸੰਵਿਧਾਨ ਦੇ ਵਿੱਚ, ਬਾਕੀ ਦੇ ਕੋਈ ਮੈਂਸ਼ਨ ਨਹੀਂ ਹੈਗੇ, ਇਹਨਾਂ ਨੂੰ ਤਾਂ ਆਪਾਂ ਆਪ ਕਰਦੇ ਹਾਂ। ਓਕੇ, ਨਾ ਹੀ ਇਹ ਕੈਬਨਿਟ ਦਾ ਮੈਂਬਰ ਹੁੰਦਾ, ਨਾ ਹੀ ਇਹ ਗਵਰਨਮੈਂਟ ਦੇ ਸਰਵੈਂਟ ਦੇ ਵਿੱਚ ਗਿਣਿਆ ਜਾਂਦਾ। ਇੱਥੋਂ ਤੱਕ ਕਲੀਅਰ ਆ। ਬਾਕੀ ਜੇ ਆਪਾਂ ਗੱਲ ਕਰੀਏ ਵੀ ਸਟੇਟ ਲੈਵਲ 'ਤੇ ਕੀ ਹੁੰਦਾ, ਸਟੇਟ ਲੈਵਲ 'ਤੇ ਆਪਣਾ ਹੁੰਦਾ ਐਡਵੋਕੇਟ ਜਨਰਲ। ਤਾਂ ਉਹ ਪੰਜਾਬ ਦਾ ਹੁਣੇ ਮਤਲਬ ਕਿ ਜਿਹੜੇ ਪਹਿਲਾਂ ਸੀਗੇ ਤੇ ਉਹਨਾਂ ਨੇ ਤਾਂ ਰਿਜ਼ਾਈਨ ਦੇ ਦਿੱਤਾ ਤੇ ਹੁਣ ਨਵੇਂ ਅਪੁਆਇੰਟ ਕੀਤੇ ਗਏ ਨੇ, ਤਾਂ ਤੁਸੀਂ ਉਹਨਾਂ ਦਾ ਨਾਮ ਦੱਸਿਓ। ਆਰਟੀਕਲ 165 ਦੇ ਵਿੱਚ ਇਹਨਾਂ ਦੀ ਗੱਲਬਾਤ ਆਪਾਂ ਕਰਦੇ ਹਾਂ। ਆਰਟੀਕਲ 165 ਦੇ ਵਿੱਚ ਹੁੰਦਾ ਸਟੇਟ ਦਾ ਐਡਵੋਕੇਟ ਜਨਰਲ, ਤੇ ਉਹਨਾਂ ਦੇ ਆਰਟੀਕਲ 76, 88, 105। 76 ਦੇ ਵਿੱਚ ਅਟਾਰਨੀ ਜਨਰਲ ਆਫ ਇੰਡੀਆ, ਇਹਦੋਂ ਅਟਾਰਨੀ ਜਨਰਲ ਦੇ ਰਾਈਟਸ ਹੁੰਦੇ ਆ। ਫਿਰ 105 ਦੇ ਵਿੱਚ ਉਹਦੀਆਂ ਪਾਵਰ ਵਗੈਰਾ ਨੇ ਜਿਹੜੀਆਂ ਉਹ ਸਾਰੀਆਂ ਹੁੰਦੀਆਂ ਨੇ। ਕਲੀਅਰ ਆ। ਤਾਂ ਇਹ ਸੀਗਾ ਅਟਾਰਨੀ ਜਨਰਲ ਦੇ ਬਾਰੇ। ਤਾਂ ਅਟਾਰਨੀ ਜਨਰਲ ਦੇ ਬਾਰੇ ਤੁਹਾਨੂੰ ਇੰਨੇ ਕੁ ਪੁਆਇੰਟ ਜੇ ਯਾਦ ਹੋ ਗਏ ਤਾਂ ਤੁਹਾਡਾ ਅਟਾਰਨੀ ਜਨਰਲ ਤੁਸੀਂ ਇਹ ਵੀ ਧਿਆਨ ਨਾਲ ਕਰ ਲਿਆ ਤਾਂ ਇਹਦੇ 'ਚੋਂ ਤੁਹਾਡਾ ਕੁਐਸਚਨ ਕੋਈ ਵਾਰ ਨਹੀਂ ਹੋਊਗਾ। ਠੀਕ ਆ, ਜਿਵੇਂ ਕਿ ਇਹਦੇ ਵਿੱਚ ਇੱਕ UPSC ਨੇ 2013 ਦੇ ਵਿੱਚ ਕੁਐਸਚਨ ਆਇਆ ਹੋਇਆ, ਉਹਦੇ 'ਚ ਮਤਲਬ ਸਟੇਟਮੈਂਟ ਸੀਗੀਆਂ ਐਵੇਂ ਕਰਕੇ 3 ਸਟੇਟਮੈਂਟ ਨੇ। ਤਾਂ ਉਹਨਾਂ ਦੇ ਵਿੱਚੋਂ ਕਿਹਾ ਸੀ ਉਹਨਾਂ ਨੇ ਪਹਿਲਾ ਵੀ ਇਹ ਲੋਕ ਸਭਾ ਦੀਆਂ ਪ੍ਰੋਸੀਡਿੰਗ ਦੇ ਵਿੱਚ ਭਾਗ ਲੈ ਸਕਦਾ, ਅਤੇ ਦੂਸਰਾ ਕਿਹਾ ਸੀ ਉਹਨਾਂ ਨੇ ਵੀ ਜਿਹੜੀਆਂ ਇੱਥੇ ਆਪਣੀਆਂ ਹੁੰਦੀਆਂ ਨੇ ਕਮੇਟੀਆਂ ਲੋਕ ਸਭਾ ਦੀਆਂ, ਇਹਨਾਂ ਦੇ ਵਿੱਚ ਪਾਰਟੀਸਪੇਟ ਕਰ ਸਕਦਾ ਜਾਂ ਮੈਂਬਰ ਬਣ ਸਕਦਾ। ਫਿਰ ਉਹਨਾਂ ਨੇ ਕਿਹਾ ਸੀ ਵੀ ਸਪੀਕ ਇਨ ਲੋਕ ਸਭਾ। ਚੌਥੀ ਸਟੇਟਮੈਂਟ ਸੀ ਵੋਟ ਇਨ ਲੋਕ ਸਭਾ। ਠੀਕ ਆ, ਤਾਂ ਇਹਦੇ 'ਚ ਉਹਨਾਂ ਨੇ ਪੁੱਛਿਆ ਵੀ ਕਰੈਕਟ ਕਿਹੜਾ। ਦੇਖੋ ਪਹਿਲਾ ਵੀ ਕਰੈਕਟ ਆ, ਦੂਸਰਾ ਵੀ ਕਰੈਕਟ ਆ, ਤੀਸਰਾ ਵੀ ਕਰੈਕਟ ਆ। ਮੈਂ ਤੁਹਾਨੂੰ ਉੱਪਰ ਪਹਿਲਾਂ ਹੀ ਕਰਾ ਕੇ ਹਟਿਆ ਵੀ ਇੱਥੇ ਮੈਂ ਸਾਫ਼ ਤੌਰ 'ਤੇ ਤੁਹਾਨੂੰ ਮੈਂ ਦੱਸਿਆ ਸੀ ਵੀ ਇਹਦੇ ਕੋਲੇ ਵੋਟਿੰਗ ਰਾਈਟ ਆ ਜਿਹੜਾ ਉਹ ਨਹੀਂ ਹੁੰਦਾ। ਤਾਂ ਇਹਦੇ 'ਚ ਚੌਥੀ ਆਪਸ਼ਨ ਆ ਜਿਹੜੀ ਉਹ ਸਰਾਸਰ ਕੀ ਸੀਗੀ, ਗਲਤ ਸੀ। ਤਾਂ ਇਹਨਾਂ ਨੇ ਆਪਸ਼ਨਾਂ ਦਿੱਤੀਆਂ ਸੀ, ਏ ਸੀਗੀ ਓਨਲੀ 1, ਫਿਰ ਸੀਗੀ 2 ਐਂਡ 4, ਫਿਰ ਸੀਗੀ 1, 2 ਐਂਡ 3, ਇੱਥੇ ਸੀਗੀ 1 ਐਂਡ 3। ਮਤਲਬ ਇਹਨਾਂ ਦੇ ਵਿੱਚੋਂ ਆ ਵੀ ਗਲਤ ਆ, ਆ ਇਹਦੇ 'ਚ ਦੇਖੋ ਹੈ ਨਹੀਂ, ਇਹਦੇ 'ਚ ਵੀ ਨਹੀਂ, ਆ 1, 2, 3, 4 ਛੱਡ ਕੇ ਆ ਆਪਸ਼ਨ ਦਾ ਕਰੈਕਟ ਆਨਸਰ ਸੀ। IAS 2013 ਦਾ ਇਹ ਅਟਾਰਨੀ ਜਨਰਲ ਦੇ ਵਿੱਚੋਂ ਆਇਆ ਵਾ ਕੁਐਸਚਨ। ਦੇਖੋ ਇਹ ਨਹੀਂਗਾ ਵੀ ਇਹਦੇ 'ਚ ਇਹੀ ਕੁਐਸਚਨ ਆਇਆ ਵਾ। ਇਹ ਸਟੇਟਮੈਂਟ ਦੀਆਂ ਤੁਹਾਨੂੰ ਕਿਵੇਂ ਦੀਆਂ ਬਣਦੀਆਂ ਨੇ, ਮੈਂ ਤੁਹਾਨੂੰ ਤਾਂ ਕਰਕੇ ਇਹ ਕੁਐਸਚਨ ਕਰਵਾਇਆ ਵੀ ਤੁਹਾਨੂੰ ਐਵੇਂ ਦੀ ਗੱਲ ਕਲੀਅਰ ਹੋ ਜੇ। ਬਾਕੀ ਇਹ ਜਿਹੜੇ ਸਿੰਗਲ ਲਾਈਨ ਵਾਲੇ ਬਣਦੇ ਨੇ ਇਹ ਤਾਂ ਮੈਂ ਤੁਹਾਨੂੰ ਕਰਵਾਈ ਦਿੱਤੇ, ਔਰ ਇਹ ਟੌਪਿਕ ਮੈਂ ਪਹਿਲਾਂ ਵੀ ਤੁਹਾਨੂੰ ਬਾਖੂਬੀ ਕਰਵਾਇਆ ਹੋਇਆ। ਤਾਂ ਅਟਾਰਨੀ ਜਨਰਲ ਉਮੀਦ ਕਰਦਾ ਵੀ ਤੁਹਾਨੂੰ ਕਲੀਅਰ ਹੋਊਗਾ। ਹੁਣ ਇਹਦੇ ਨਾਲ ਹੀ ਇੱਕ ਮਿਲਦਾ ਜੁਲਦਾ ਆਪਾਂ ਹੋਰ ਟੌਪਿਕ ਕਰਨਾ, ਅਤੇ ਜਿਹਦਾ ਆਪਾਂ ਨਾਮ ਰੱਖਦੇ ਹਾਂ ਕੈਗ। ਆਪਾਂ ਨਹੀਂ ਰੱਖਦੇ, ਵੈਸੇ ਹੈਗਾ ਇੰਪੋਰਟੈਂਟ ਟੌਪਿਕ ਹੈ, ਠੀਕ ਆ, ਪੋਲਿਟੀ ਦਾ। ਇਹਨੂੰ ਵੀ ਤੁਸੀਂ ਧਿਆਨ ਦੇ ਨਾਲ ਕਰਨਾ। ਤਾਂ ਇਹਦਾ ਆਪਾਂ ਕਹਿੰਦੇ ਕੰਪਟਰੋਲਰ ਆਡੀਟਰ ਜਨਰਲ। ਵੈਸੇ ਤੁਸੀਂ ਕੀਤੇ ਹੋਇਆ, ਮੈਂ ਤੁਹਾਨੂੰ ਕੁਇੱਕ ਰਿਵੀਜ਼ਨ ਹੀ ਕਰਵਾ ਰਿਹਾ ਇਹਨਾਂ ਦੀ। ਤਾਂ ਇਹਦੇ 'ਚ ਆਪਣਾ ਹੁੰਦਾ, ਦੇਖੋ ਹੁਣ ਆਪਾਂ ਸੰਵਿਧਾਨ ਦੇ ਵਿੱਚ ਇੱਕ ਪਾਰਟ ਯਾਦ ਰੱਖਣੇ ਆ, ਪਹਿਲਾ, ਦੂਸਰਾ, ਤੀਸਰਾ, ਚੌਥਾ, ਪੰਜਵਾਂ। ਪਹਿਲੇ ਦੇ ਵਿੱਚ ਕੀ ਆ, ਯੂਨੀਅਨ ਐਂਡ ਟੈਰੀਟਰੀ। ਦੂਸਰੇ ਦੇ ਵਿੱਚ ਕੀ ਆ, ਸਿਟੀਜ਼ਨਸ਼ਿਪ। ਤੀਸਰੇ ਦੇ ਵਿੱਚ ਫੰਡਾਮੈਂਟਲ ਰਾਈਟਸ। ਚੌਥੇ ਦੇ ਵਿੱਚ DPSP ਐਂਡ ਆਫਟਰ ਦੈਟ ਯੂਨੀਅਨ ਗਵਰਨਮੈਂਟ ਜਾਂ ਫਿਰ ਪਾਰਲੀਮੈਂਟ ਚੱਲ ਪੈਂਦੀ ਹੈ। ਇਹਦੇ 'ਚ ਸਾਰੇ ਆ ਜਾਂਦੇ ਆ, ਅਟਾਰਨੀ ਜਨਰਲ ਕੈਗ ਵਰਗੇ ਸਾਰੇ ਇਹਦੇ 'ਚ ਆਪਾਂ ਪੜ੍ਹਦੇ ਹਾਂ। ਠੀਕ ਆ, ਤਾਂ ਹੁਣ ਜਿਹੜਾ ਕੈਗ ਆ ਸਭ ਤੋਂ ਪਹਿਲਾਂ ਇਹਦੇ 'ਚ ਕੁਐਸਚਨ ਬਹੁਤ ਵਾਰ ਪੁੱਛਿਆ ਜਾਂਦਾ ਕਿਹੜੇ ਪਾਰਟ ਦੇ ਵਿੱਚ ਆਉਂਦਾ, ਤਾਂ ਇਹ ਪਾਰਟ ਹੈਗਾ 5ਵੇਂ ਦੇ ਵਿੱਚ। ਡਨ। ਫਿਰ ਆਉਂਦਾ ਇਹਦੇ ਆਰਟੀਕਲ ਕਾਹਦੇ ਨਾਲ ਡੀਲ ਕਰਦੇ ਆ। ਹੁਣ ਦੇਖੋ ਆਪਾਂ ਜਿਵੇਂ ਪਹਿਲਾਂ ਗੱਲ ਕਰਦੇ ਹੁੰਦੇ ਆ, 1 ਤੋਂ ਲੈ ਕੇ 4 ਤੱਕ ਆਪਣੇ ਇਹਦੇ ਨਾਲ ਯੂਨੀਅਨ ਟੈਰੀਟਰੀ ਨਾਲ ਚੱਲਦੇ ਆ। ਫਿਰ 5 ਤੋਂ ਲੈ ਕੇ 11 ਤੱਕ ਆਪਣੇ ਕੀ ਕਹਿੰਦੇ ਉਹਨੂੰ ਪੰਜਾਬੀ 'ਚ, ਨਾਗਰਿਕਤਾ। ਫਿਰ ਕਾਹਦੇ ਨਾਲ ਚੱਲਦੇ ਆ, ਨਾਗਰਿਕਤਾ ਨਾਲ ਚੱਲਦੇ ਆ। ਫਿਰ 12 ਤੋਂ ਲੈ ਕੇ 35, 37 ਤੱਕ ਆਪਣੇ ਕੀ ਚੱਲਦੇ ਨੇ, ਆਪਣੇ ਕੀ ਕਹਿੰਦੇ ਉਹਨੂੰ, ਫੰਡਾਮੈਂਟਲ ਰਾਈਟ। ਠੀਕ ਆ, ਫਿਰ ਇਹਦੋਂ ਬਾਅਦ 'ਚ ਚੱਲਦੇ ਨੇ ਆਪਣੇ ਕੀ ਆ, DPSP। ਠੀਕ ਆ, ਫਿਰ ਆਪਣੇ ਕੀ ਚੱਲ ਪੈਂਦੇ ਆ, DPSP। ਅਤੇ DPSP ਤੋਂ ਬਾਅਦ DPSP 51 ਤੱਕ ਸੀਗੇ ਪਹਿਲਾਂ, ਇੱਕ ਆਪਾਂ ਬਾਅਦ 'ਚ ਜੋੜਤਾ ਸੀ ਫੰਡਾਮੈਂਟਲ ਡਿਊਟੀਜ਼ 51A ਨਾਲ ਐਡ ਕੀਤੀਆਂ ਹੋਈਆਂ ਸਵਰਨ ਸਿੰਘ ਕਮੇਟੀ ਦੇ ਨਾਲ। ਦੈਨ ਇਸ ਤੋਂ ਬਾਅਦ ਆਪਣੇ ਕੋਲ ਕੀ ਚੱਲਦਾ, DPSP ਤੋਂ ਬਾਅਦ ਫਿਰ ਚੱਲ ਪੈਂਦੇ ਆਪਣੇ ਜਿਵੇਂ ਕਿ 52 ਤੋਂ ਲੈ ਕੇ ਪ੍ਰੈਜ਼ੀਡੈਂਟ ਸਾਹਿਬ ਸ਼ੁਰੂ ਹੋ ਜਾਂਦੇ ਨੇ, ਤਾਂ ਫਿਰ ਇਹਦੋਂ ਬਾਅਦ 'ਚ ਚੱਲੀ ਜਾਂਦਾ ਐਵੇਂ। ਤਾਂ ਇਹ ਜਾਣੀ ਕਿ ਚੱਲਦੇ ਆਪਣੇ 122 ਤੱਕ, ਵਿੱਚ ਹੀ ਫਾਈਨਾਂਸ ਫਨੂੰਸ ਲੋਕ ਬਿੱਲ ਵਗੈਰਾ ਲਾ ਕੇ ਮਨੀ ਬਿੱਲ 122 ਤੱਕ। ਫਿਰ ਆਰਟੀਕਲ ਆਉਂਦਾ 123, ਇਹਦੇ 'ਚ ਆਪਾਂ ਹੁਣੇ ਪੜ੍ਹ ਕੇ ਹਟੇ ਸੀ ਆਰਡੀਨੈਂਸ ਬਿੱਲ। ਠੀਕ ਆ, ਆਰਡੀਨੈਂਸ ਬਿੱਲ ਇਹ ਆਪਣਾ ਡੀਲ ਕਰਦਾ P52 ਜਾਣੀ ਕਿ ਪ੍ਰੈਜ਼ੀਡੈਂਟ ਸਾਹਿਬ ਨਾਲ। ਫਿਰ 124 ਤੋਂ ਲੈ ਕੇ 147 ਤੱਕ ਆਰਟੀਕਲ ਚੱਲਦੇ ਨੇ, ਇਹਦੇ 'ਚ ਆ ਜਾਂਦੀ ਆ ਆਪਣੀ ਇੰਡੀਆ ਦੀ ਜਿਹੜੀ ਆਪਣੀ ਗਾਰਡੀਅਨ ਸੁਪਰੀਮ ਕੋਰਟ। ਠੀਕ ਆ, ਤਾਂ ਸੁਪਰੀਮ ਕੋਰਟ ਆ ਜਾਂਦੀ ਆ। ਫਿਰ 148 ਤੋਂ ਲੈ ਕੇ 151 ਤੱਕ ਆ ਜਾਂਦਾ ਆਪਣਾ ਕੈਗ, ਜਿਹਦੀ ਆਪਾਂ ਹੁਣ ਗੱਲ ਕਰਨੀ ਆ। ਦੇਖੋ ਮੈਂ ਤੁਹਾਨੂੰ ਆ ਜਿਹੜੇ ਪਹਿਲੇ ਤੋਂ ਪਹਿਲਾਂ ਪਾਰਟ ਸੀਗੇ ਮੈਂ ਤੁਹਾਨੂੰ ਪਾਰਟ ਕਰਵਾਏ ਨੇ, ਅਤੇ ਪਾਰਟ ਤੋਂ ਬਾਅਦ ਆ ਤੁਹਾਨੂੰ ਮੈਂ ਪਾਰਟ ਕਰਵਾਈ ਸੀ ਇੱਥੋਂ ਲੈ ਕੇ ਪਹਿਲੇ ਤੋਂ। ਆਪਾਂ ਦੇਖਿਆ ਵੀ ਇਹਦੇ 'ਚ ਆਉਂਦਾ 5ਵਾਂ, ਤਾਂ ਇਹਦੇ 'ਚ ਹੀ ਆਪਾਂ ਕਿਹਨੂੰ ਪੜ੍ਹਨਾ, ਕੈਗ ਨੂੰ ਪੜ੍ਹਨਾ। ਠੀਕ ਆ, ਤਾਂ ਇੱਥੇ ਲਿਖਿਆ ਵੀ ਆ ਪਾਰਟ 5ਵਾਂ। ਤਾਂ ਆਹ ਤੁਹਾਨੂੰ ਮੈਂ ਆਰਟੀਕਲ ਦੱਸੇ ਨੇ ਵੀ ਕਿਹੜਾ ਆਰਟੀਕਲ ਕਿਹਦੇ ਨਾਲ ਡੀਲ ਕਰਦਾ, ਫੰਡਾਮੈਂਟਲ ਰਾਈਟ, DPSP। ਔਰ ਇੱਥੇ ਤੱਕ ਆਪਾਂ ਦੇਖਿਆ ਵੀ ਜੁਡੀਸ਼ਰੀ ਤੋਂ ਇਹਦੇ ਸੁਪਰੀਮ ਕੋਰਟ ਤੋਂ ਬਾਅਦ, ਸੁਪਰੀਮ ਕੋਰਟ 147 'ਤੇ ਖਤਮ, ਦੈਨ 148 ਤੋਂ ਆਪਾਂ ਕੈਗ ਨੂੰ ਸਟਾਰਟ ਕਰਵਾਉਂਦੇ ਹਾਂ, 151 ਤੱਕ ਚੱਲਣਗੇ ਇਹ। ਤਾਂ ਆਹ ਇਹਦੇ ਆਰਟੀਕਲ ਨੇ ਕੈਗ ਦੇ। ਕਲੀਅਰ ਆ, ਤਾਂ ਇੰਨਾ ਤੁਸੀਂ ਕੈਗ ਨੂੰ ਧਿਆਨ ਦੇ ਵਿੱਚ ਰੱਖੋ। ਤਾਂ ਹੁਣ ਆਪਾਂ ਕੈਗ ਦੇ ਥੋੜ੍ਹੇ ਜਿਹੇ ਜਿਹੜੇ ਬੇਸਿਕ ਪੁਆਇੰਟ ਨੇ ਉਹ ਦੇਖਦੇ ਹਾਂ। ਤਾਂ ਇਹ ਕੌਂਸਟੀਟਿਊਸ਼ਨਲ ਬਾਡੀ ਆ, ਧਿਆਨ ਰੱਖਣਾ, ਔਰ 148 ਆਰਟੀਕਲ ਦੇ ਵਿੱਚ ਇਹ ਆਉਂਦੀ ਆ।
ਔਰ ਪਾਰਲੀਮੈਂਟ ਬੇਸ ਇਹ ਆਡਿਟ ਕਰਦੇ ਆ ਸਭ ਨੂੰ। ਆਪਣੇ ਆਡਿਟ ਕਰਨ ਦੀ ਸਭ ਤੋਂ ਏਪੈਕਸ, ਜਿਵੇਂ ਆਪਾਂ ਸੁਪਰੀਮ ਕੋਰਟ ਨੂੰ ਏਪੈਕਸ ਕੋਰਟ ਕਹਿੰਦੇ ਆ, ਆਰਬੀਆਈ ਨੂੰ ਏਪੈਕਸ ਕਹਿੰਦੇ ਆ, ਤਾਂ ਉਵੇਂ ਇਹਨੂੰ ਕਹਿੰਦੇ ਆ ਏਪੈਕਸ ਆਡਿਟ ਬਾਡੀ ਆਫ ਇੰਡੀਆ ਐਂਡ ਸੈਂਟਰ ਸਟੇਟ। ਇੱਥੇ ਧਿਆਨ ਦੇਣਾ, ਕੇਂਦਰ ਪਲੱਸ ਰਾਜ ਦੋਨਾਂ ਦੀ ਇਹ ਆਡਿਟ ਬਾਡੀ ਆ। ਕਈ ਵਾਰ ਤਾਂ ਇਹ ਜੇ ਇਹਨੂੰ ਕਹਿ ਦੇਣਾ ਤਾਂ ਇਹ ਲੋਕਲ ਲੈਵਲ ਤੇ ਵੀ ਕਰ ਦਿੰਦੀ ਆ। ਓਕੇ, ਇਹਨੂੰ ਤੁਸੀਂ ਧਿਆਨ ਰੱਖਣਾ ਵੀ ਆਡਿਟ ਕਰਨ ਦਾ ਕੰਮ ਕਰਦੀ ਆ ਇਹ। ਤਾਂ ਹੁਣ ਇਹਨਾਂ ਦੀ ਆਪਾਂ ਬਸ ਤੁਸੀਂ ਬੇਸਿਕਲੀ ਧਿਆਨ ਰੱਖਣਾ, ਇੱਕ ਇਹਨਾਂ ਦੀ ਰੱਖਣੀ ਹੁੰਦੀ ਆਪਾਂ ਨਿਯੁਕਤੀ ਜਾਣੀ ਕਿ ਅਪੁਆਇੰਟਮੈਂਟ, ਔਰ ਇੱਕ ਆਪਾਂ ਦੇਖਣਾ ਹੁੰਦਾ ਇਹਨਾਂ ਨੂੰ ਰਿਮੂਵ ਕੌਣ ਕਰਦਾ, ਠੀਕ ਆ। ਇੱਕ ਦੇਖਣਾ ਹੁੰਦਾ ਆਪਾਂ ਰਿਜ਼ਾਈਨ, ARR। ਤਾਂ ਹੁਣ ਦੇਖੋ ਨਿਯੁਕਤੀ P52 ਜਾਣੀ ਕਿ ਪ੍ਰੈਜ਼ੀਡੈਂਟ ਸਾਹਿਬ, ਰਿਮੂਵ P52, ਬਟ ਯਾਦ ਰੱਖਣਾ ਇੱਥੇ PAP ਕਰ ਲਿਓ ਯਾਦ ਰੱਖਣ ਲਈ। ਜੇ ਕੈਗ ਨੂੰ ਹਟਾਉਣਾ PAP, ਮਤਲਬ ਕਿ ਪ੍ਰੈਜ਼ੀਡੈਂਟ, ਇੱਥੇ A ਤੇ ਐਡਵਾਈਜ਼, P ਤੇ ਪਾਰਲੀਮੈਂਟ। ਤਾਂ ਨਾਲ ਹੀ ਇਕੱਲੇ ਪ੍ਰੈਜ਼ੀਡੈਂਟ ਨਹੀਂ ਹਟਾ ਸਕਦੇ, ਪਾਰਲੀਮੈਂਟ ਦੀ ਐਡਵਾਈਜ਼ ਜ਼ਰੂਰੀ ਆ। ਅਤੇ ਜਿਨ੍ਹਾਂ ਨੇ ਰਿਜ਼ਾਈਨ ਦੇਣਾ, ਰਿਜ਼ਾਈਨ ਵੀ ਇਹਨਾਂ ਦਾ ਜਾਊਗਾ ਪ੍ਰੈਜ਼ੀਡੈਂਟ ਸਾਹਿਬ ਨੂੰ। ਬਾਕੀ ਇਹਨਾਂ ਦਾ ਜਿਹੜਾ ਕਾਰਜਕਾਲ ਆ ਨਾ, ਉਹ ਆਪਣੇ ਸੰਵਿਧਾਨ ਦੇ ਵਿੱਚ ਦੱਸਿਆ ਹੋਇਆ। ਜਿਵੇਂ ਆਪਾਂ ਪਹਿਲਾਂ ਗੱਲ ਕਰੀ ਆ ਵੀ ਉਹਨਾਂ ਦਾ ਤਾਂ ਆਪਾਂ ਨੂੰ ਹੈ ਨਹੀਂ ਸੀ ਨਾ, ਪਰ ਇਹਨਾਂ ਦਾ ਕਾਰਜਕਾਲ ਆ, ਟਨਿਓਰ ਇਹਨਾਂ ਦਾ 6 ਸਾਲ ਆ। ਬਾਕੀ ਜੇ 65 ਸਾਲ ਜਿਹੜਾ ਵੀ ਇਹਨਾਂ ਦੇ ਵਿੱਚੋਂ ਪਹਿਲਾਂ ਪੂਰਾ ਹੁੰਦਾ ਤਾਂ ਫਿਰ ਇਹਨਾਂ ਨੂੰ ਹਟਣਾ ਪੈਂਦਾ ਗਾ। ਇੱਥੋਂ ਤੱਕ ਪੁਆਇੰਟ ਉਮੀਦ ਕਰਦਾ ਵੀ ਤੁਹਾਨੂੰ ਕਲੀਅਰ ਹੋ ਗਿਆ ਹੋਊਗਾ। ਓਕੇ, ਬਾਕੀ ਇਹਨਾਂ ਦੀ ਜਿਹੜੀ ਸੈਲਰੀ ਆ, ਇਹਨਾਂ ਦੀ ਵੀ ਸ਼ਾਇਦ ਸੰਚਿਤ ਨਿਧੀ ਕਹਿੰਦੇ ਆ ਇਹਨਾਂ ਨੂੰ, ਕੰਸੋਲੀਡੇਟਡ ਫੰਡ 'ਚੋਂ ਜਾਂਦੀ ਆ, ਅਤੇ 2.5 ਲੱਖ ਰੁਪਏ ਇਹਨਾਂ ਦੀ ਸੈਲਰੀ ਆ। ਬਾਕੀ ਆਪਣੇ ਬ੍ਰਿਟੇਨ ਦੇ ਨਾਲੋਂ ਇਹ ਵੱਖਰਾ ਬਿਲਕੁਲ, ਕਿਉਂਕਿ ਉੱਥੇ ਜਿਹੜਾ ਕੈਗ ਆ ਨਾ ਆਡਿਟ ਦੇ ਨਾਲ ਕੰਟਰੋਲਰ ਦਾ ਕੰਮ ਵੀ ਕਰਦਾ, ਪਰ ਆਪਣੇ ਕੰਟਰੋਲਰ ਦੇ ਇਹਨੂੰ ਮਤਲਬ ਕਿ ਵੱਖ ਕਰਤਾ ਸੀ। ਉਹ ਮੈਂ ਤੁਹਾਨੂੰ ਦੱਸ ਦੂੰਗਾ ਹੁਣ ਕਦੋਂ ਹੋਇਆ, ਤਾਂ ਤੁਸੀਂ ਇੰਨਾ ਕੁ ਧਿਆਨ ਰੱਖਿਓ। ਦੇਖੋ ਇਹ ਆਪਣੀਆਂ 2 ਰਿਪੋਰਟਾਂ ਰੱਖਦਾ, ਜਿਹੜੀ ਸਾਲਾਨਾ ਰਿਪੋਰਟ ਸੈਂਟਰ ਦੀ ਹੁੰਦੀ ਆ ਰਾਸ਼ਟਰਪਤੀ ਨੂੰ ਦੇ ਦਿੰਦਾ, ਸਟੇਟ ਦੀ ਇਹ ਗਵਰਨਰ ਨੂੰ ਦੇ ਦਿੰਦਾ। ਇੱਥੋਂ ਤੱਕ ਤੁਹਾਨੂੰ ਕਲੀਅਰ ਆ। ਬਾਕੀ ਇਹਨਾਂ ਦੀਆਂ ਜਿਹੜੀਆਂ ਰਿਪੋਰਟਾਂ ਹੁੰਦੀਆਂ ਨੇ, ਠੀਕ ਆ, ਕੈਗ ਰਿਪੋਰਟ ਆ ਜਿਹੜੀ ਪਾਰਲੀਮੈਂਟ ਦੇ ਵਿੱਚ ਕੌਣ ਕਰਦੀਆਂ ਨੇ, PAC ਕਮੇਟੀਆਂ ਕਰਦੀਆਂ ਨੇ। ਇਹਨਾਂ ਦੀਆਂ ਜਿਹੜੀਆਂ ਰਿਪੋਰਟਾਂ ਨੇ ਉਹਨਾਂ ਨੂੰ ਆਡਿਟ ਕਰਨ ਦਾ ਕੰਮ ਕਿਹਦੇ ਦੁਆਰਾ ਕੀਤਾ ਜਾਂਦਾ, ਉਹਨਾਂ ਨੂੰ ਆਡਿਟ ਕਰਨ ਦਾ ਆਪਣਾ ਐਗਜ਼ਾਮੀਨ ਕਿਹਦੇ ਦੁਆਰਾ ਕੀਤਾ ਜਾਂਦਾ, ਐਗਜ਼ਾਮੀਨ ਉਹਨਾਂ ਨੂੰ ਕਰਦੇ ਆ ਪਬਲਿਕ ਅਕਾਊਂਟ ਕਮੇਟੀਆਂ, ਠੀਕ ਆ। ਪਬਲਿਕ ਅਕਾਊਂਟ ਕਮੇਟੀਆਂ ਦੇ ਵਿੱਚ, ਪਬਲਿਕ ਅਕਾਊਂਟ ਕਮੇਟੀ ਦੇ ਵਿੱਚ ਕਿੰਨੇ ਮੈਂਬਰ ਹੁੰਦੇ ਆ, 22 ਮੈਂਬਰ ਹੁੰਦੇ ਆ। ਇਹ ਤੁਸੀਂ ਧਿਆਨ ਦੇ ਵਿੱਚ ਰੱਖਣਾ। ਜਿਹੜੀ ਪਬਲਿਕ ਅਕਾਊਂਟ ਕਮੇਟੀ ਕੋਈ ਵੀ ਬਣਦੀ ਆ, ਪਬਲਿਕ ਅਕਾਊਂਟ ਕਮੇਟੀ ਦੇ ਵਿੱਚ ਕਿੰਨੇ ਮੈਂਬਰ ਹੁੰਦੇ ਨੇ, 22 ਮੈਂਬਰ ਹੁੰਦੇ ਆ। 15 ਉਹਦੇ 'ਚ ਲੋਕ ਸਭਾ 'ਚ ਹੁੰਦੇ ਆ, 7 ਉਹਦੇ 'ਚ ਰਾਜ ਸਭਾ ਦੇ ਵਿੱਚ ਹੁੰਦੇ ਆ। ਓਕੇ, ਤਾਂ ਬਾਕੀ ਕੈਗ ਦੇ ਬਾਰੇ ਇੱਕ ਤੁਸੀਂ ਹੋਰ ਧਿਆਨ ਦੇ ਵਿੱਚ ਰੱਖਣਾ, ਇਹਨੂੰ ਲੈ ਕੇ ਅਕਸਰ ਕੁਐਸਚਨ ਬਹੁਤ ਵਾਰੀ ਬਣਿਆ। ਉਮੀਦ ਕਰਦਾ ਵੀ ਆਹ ਵਾਰੀ ਵੀ ਸ਼ਾਇਦ ਜੇ ਕੈਗ 'ਚੋਂ ਬਣਿਆ ਤਾਂ ਐਵੇਂ ਦੀ ਬਣਨ ਦੀ ਉਮੀਦ ਹੁੰਦੀ ਆ। ਤਾਂ ਇੱਕ ਫਰੈਂਡ, ਆਹ ਸ਼ਬਦ 2-4 ਯਾਦ ਰੱਖਿਓ, ਫਰੈਂਡ, ਗਾਈਡ ਐਂਡ ਗਾਰਜੀਅਨ, ਕਿੰਨਾਂ ਦਾ, PAC ਜਾਣੀ ਕਿ ਪਬਲਿਕ ਅਕਾਊਂਟ ਕਮੇਟੀਆਂ ਦਾ। ਗਾਰਜੀਅਨ ਵੀ ਕਿਹਾ ਜਾਂਦਾ, ਗਾਈਡ ਵੀ ਕਿਹਾ ਜਾਂਦਾ, ਔਰ ਫਰੈਂਡ ਵੀ ਇਹਨਾਂ ਨੂੰ ਕਿਹਾ ਜਾਂਦਾ। ਤਾਂ ਇਹਨੂੰ ਤੁਸੀਂ ਧਿਆਨ ਦੇ ਵਿੱਚ ਰੱਖਣਾ। ਔਰ 148 ਦੇ ਵਿੱਚ ਅਪੁਆਇੰਟ, ਰਿਮੂਵ, ਰਿਜ਼ਾਈਨ, ਟਨਿਓਰ ਸਾਰਾ ਕੁਛ ਆ। ਪਾਵਰ ਅਤੇ ਫੰਕਸ਼ਨ ਦੀਆਂ ਆਰਟੀਕਲ 149 ਦੇ ਵਿੱਚ ਆ, ਅਤੇ ਜਿਹੜੀਆਂ ਰਿਪੋਰਟਾਂ ਰੱਖਦਾ ਆਰਟੀਕਲ 151 ਦੇ ਅਕੋਰਡਿੰਗਲੀ ਆ। ਬਾਕੀ ਕੈਗ ਆ ਜਿਹੜਾ, ਕੈਗ ਦਾ ਐਕਟ ਕਿੰਨੇ ਦਾ, 1900 ਵੈਸੇ ਤਾਂ 71 ਦਾ ਸੀ, ਪਰ 76 ਦੇ ਵਿੱਚ ਅਮੈਂਡ ਹੋ ਗਿਆ ਸੀ ਇਹ, ਠੀਕ ਆ। ਕੈਗ ਐਕਟ 1976। ਤਾਂ ਉਦੋਂ ਕੀ ਕਰਤਾ ਸੀ, ਆਡਿਟ ਦਾ ਕੰਮ ਹੁਣ ਜਿਵੇਂ ਕੈਗ ਕੋਲ ਆ। ਬਾਕੀ ਜਿਹੜਾ ਅਕਾਊਂਟ ਦਾ ਕੰਮ ਸੀ ਨਾ, ਅਕਾਊਂਟ ਦਾ ਕੰਮ ਦਿੱਤਾ ਸੀ CGA, ਯਾਨੀ ਕਿ ਕੰਟਰੋਲਰ ਜਨਰਲ ਆਫ ਅਕਾਊਂਟਸ। ਇਹ ਕਿਹਦੀ ਮਿਨਿਸਟਰੀ ਦੇ ਅਧੀਨ ਆ, ਆਪਣਾ ਵਿੱਤ ਦੇ ਅਧੀਨ, ਠੀਕ ਆ, ਫਾਈਨਾਂਸ ਮਿਨਿਸਟਰੀ ਦੇ ਅਧੀਨ ਇਹ ਚੀਜ਼ ਆ। ਤਾਂ ਉਮੀਦ ਕਰਦਾ ਵੀ ਤੁਹਾਨੂੰ ਇੰਨਾ ਕਲੀਅਰ ਹੋ ਗਿਆ ਹੋਊਗਾ। ਬਾਕੀ ਦੇਖੋ ਇਹਨਾਂ ਦੀ ਕਿਵੇਂ ਆ, ਜੇ ਇੱਕ ਵਾਰੀ ਇਹ ਤਾਂ ਆਫਿਸ ਸੀਜ਼ ਕਰਤਾ ਤਾਂ ਇਹ ਗਵਰਨਮੈਂਟ ਆਫ ਇੰਡੀਆ ਦੇ ਕਿਸੇ ਵੀ ਆਫਿਸ ਦੇ ਵਿੱਚ ਤੋਂ ਬਾਅਦ 'ਚ ਇਹ ਕੰਮ ਨਹੀਂ ਕਰ ਸਕਦੇ। ਬਾਕੀ ਇਹਨਾਂ ਦੀ ਸੈਲਰੀ ਜਿਹੜੀ ਪਾਰਲੀਮੈਂਟ ਡਿਟਰਮਾਈਨ ਕਰਦੀ ਆ, ਔਰ ਬਰਾਬਰ ਹੁੰਦੀ ਆ ਸੁਪਰੀਮ ਕੋਰਟ ਦੇ ਜੱਜ ਦੇ, ਠੀਕ ਆ। ਬਾਕੀ ਇਹਨਾਂ ਨੂੰ ਸੰਸਦ ਦੇ ਵਿੱਚ ਕਿਸੇ ਵੀ ਕੰਮ ਲਈ ਬੁਲਾਇਆ ਨਹੀਂ ਜਾ ਸਕਦਾ, ਇਹ ਇਹਨਾਂ ਦੀਆਂ ਕੁਝ ਖਾਸ ਹੁੰਦੀਆਂ ਨੇ। ਔਰ ਸੰਸਦ ਦੇ ਵਿੱਚ ਇਹਨਾਂ ਨੂੰ ਵੋਟ ਦਾ ਰਾਈਟ ਆ ਜਿਹੜਾ ਉਹ ਨਹੀਂ ਹੁੰਦਾ, ਕਿਉਂਕਿ ਇਹਨਾਂ ਨੂੰ ਵੀ ਕੰਸੋਲੀਡੇਟਡ ਫੰਡ 'ਚੋਂ ਤਨਖਾਹ ਮਿਲਦੀ ਹੈ। ਸੋ ਦੈਟਸ ਵਾਈ ਇਹਨਾਂ ਨੂੰ ਇੱਥੇ ਕਾਲ ਨਹੀਂ ਕੀਤਾ ਜਾ ਸਕਦਾ ਆਪਣੇ ਕੰਮਾਂ ਦੇ ਲਈ, ਜਵਾਬ ਦੇ ਲਈ। ਓਕੇ, ਬਾਕੀ ਆਡਿਟ ਇਹ ਕੀ ਕਰਦੇ ਆ, ਜਿਵੇਂ ਕਿ ਸਾਰੇ ਜਿੰਨੇ ਕੰਸੋਲੀਡੇਟਡ ਫੰਡ ਦੇ ਵਿੱਚੋਂ ਐਕਸਪੈਂਡੀਚਰ ਹੁੰਦੇ ਆ ਤਾਂ ਉਹਨਾਂ ਨੂੰ ਵੀ ਆਡਿਟ ਕਰਦੇ ਆ, ਔਰ ਕੰਟੀਜੈਂਸੀ ਫੰਡ ਉਹਨੂੰ ਵੀ, ਪਬਲਿਕ ਅਕਾਊਂਟ ਆਫ ਇੰਡੀਆ ਉਹਨੂੰ ਵੀ ਆਡਿਟ ਕਰਨ ਦਾ ਕੰਮ ਕਰਦੇ ਆ ਇਹ। ਤਾਂ 3 ਆਡਿਟ ਰਿਪੋਰਟ ਪੇਸ਼ ਕਰਦੇ ਆ ਇਹ, ਇੱਕ ਐਪਰੋਪਰੀਏਸ਼ਨ ਹੁੰਦੀ ਆ, ਔਰ ਫਾਈਨਾਂਸ ਅਕਾਊਂਟ ਦੀ, ਔਰ ਪਬਲਿਕ ਅੰਡਰਟੇਕਿੰਗਸ ਦੀ। ਡਨ। ਤਾਂ ਇਹ ਤੁਸੀਂ ਇਹਨਾਂ ਦੇ ਬਾਰੇ ਧਿਆਨ ਰੱਖਣਾ ਸੀ। ਬਾਕੀ ਹੁਣ ਮੈਂ ਤੁਹਾਨੂੰ ਇਹਨਾਂ ਦੇ ਕੁਐਸਚਨ ਨੇ ਜਿਹੜੇ MCQ ਨੇ ਉਹ ਮੈਂ ਤੁਹਾਨੂੰ ਦੱਸ ਦਿੰਦਾ। ਵੈਸੇ ਦੇਖੋ, ਇੱਕ ਤਾਂ ਇਹਨਾਂ ਦਾ ਟਨਿਓਰ ਪੁੱਛਿਆ ਜਾਂਦਾ, ਦਾ ਟਨਿਓਰ ਆਫ ਦਾ ਕੰਟਰੋਲ ਆਡਿਟ ਜਨਰਲ ਆਫ ਇੰਡੀਆ। ਤਾਂ ਤੁਸੀਂ ਕਹੋਗੇ 6 ਸਾਲ ਜਾਂ 65 ਸਾਲ, ਜਿਹੜਾ ਵੀ ਇਹਨਾਂ ਦੇ ਵਿੱਚੋਂ ਤੁਹਾਨੂੰ ਦਿੱਤਾ ਹੋਇਆ। ਕਈ ਵਾਰ ਬੇਸਿਕਲੀ ਐਕਟ ਆ ਜਾਂਦਾ ਇਹਨਾਂ ਦਾ, ਅਤੇ ਐਕਟ ਇਹਨਾਂ ਦਾ ਕਿਹੜਾ ਸੀਗਾ, 1971 ਦਾ ਸੀ। ਬਟ 1976 ਦੇ ਵਿੱਚ ਅਕਾਊਂਟ ਦਾ ਕੰਮ ਵੱਖਰਾ ਕਰਨ ਕਰਕੇ ਉਦੋਂ ਅਮੈਂਡਮੈਂਟ ਹੋ ਗਿਆ, ਤਾਂ ਆਪਾਂ 1976 ਵਾਲਾ ਕਰਦੇ ਹਾਂ। ਇੱਕ ਆਰਟੀਕਲ ਪੁੱਛਿਆ ਜਾਂਦਾ, ਅੰਡਰ ਵਿਚ ਆਰਟੀਕਲ ਆਫ ਦਾ ਇੰਡੀਅਨ ਕੌਨਸਟੀਟਿਊਸ਼ਨ ਇਜ਼ ਦਾ, ਕੈਗ ਲੈ ਕੇ ਬੋਲ ਦੇਣਾ, ਕੈਗ ਆਫ ਇੰਡੀਆ ਅਪੁਆਇੰਟਡ। ਤਾਂ ਇਹ 'ਚ ਆਪਸ਼ਨ ਨੇ 46, 47, 48, 49, ਤਾਂ ਆਪਸ਼ਨ 148। ਤਾਂ ਐਵੇਂ ਦੇ ਕੁਐਸਚਨ ਨੇ ਜਿਹੜੇ ਇਹਦੇ 'ਚੋਂ ਆਉਂਦੇ ਹੋਏ ਆ। ਓਕੇ, ਔਰ ਇੱਕ ਇਹਦੇ 'ਚੋਂ ਆਇਆ ਵਾ
ਵਿਚ ਆਫ ਦਾ, ਇਹ UPSC ਨੇ ਕੁਐਸਚਨ ਪੁੱਛਿਆ ਹੋਇਆ ਔਰ UPPCS ਦੇ ਮੇਨਸ ਦੇ ਵਿੱਚ ਵੀ ਆਇਆ ਹੋਇਆ। ਵਿਚ ਆਫ ਦਾ ਫੋਲੋਇੰਗ ਡਿਊਟੀਜ਼ ਇਜ਼ ਨਾਟ ਪਰਫਾਰਮਡ ਬਾਈ ਦਾ ਕੈਗ। ਠੀਕ ਆ, ਤਾਂ ਇਹਦੇ 'ਚ ਇਹਨਾਂ ਨੇ ਕਿਹਾ ਵੀ ਮਤਲਬ ਕਿ ਕਿਹੜੀ ਡਿਊਟੀ ਆ ਜਿਹੜੀ ਕੈਗ ਦੁਆਰਾ ਪਰਫਾਰਮ ਨਹੀਂ ਕੀਤੀ ਜਾਂਦੀ। ਆਪਸ਼ਨ ਏ, ਆਡਿਟ ਐਂਡ ਰਿਪੋਰਟ ਆਲ ਐਕਸਪੈਂਡੀਚਰ ਫਰੋਮ ਦਾ ਕੰਸੋਲੀਡੇਟਡ ਫੰਡ ਆਫ ਇੰਡੀਆ। ਟੂ ਆਡਿਟ ਐਂਡ ਰਿਪੋਰਟ ਔਨ ਆਲ ਐਕਸਪੈਂਡੀਚਰ ਫਰੋਮ ਦਾ ਕੰਟੀਜੈਂਸੀ ਫੰਡ। ਮੈਂ ਤੁਹਾਨੂੰ ਇਹ ਵੀ ਕਹਿ ਕੇ ਹਟਿਆ ਨਾ, ਕੰਟੀਜੈਂਸੀ ਵੀ ਕਰਦਾ ਆਡਿਟ, ਕੰਸੋਲੀਡੇਟਡ ਵੀ ਫੰਡ ਕਰਦਾ। ਦ ਆਡਿਟ ਰਿਪੋਰਟ ਔਨ ਆਲ ਟ੍ਰੇਡਿੰਗ ਮੈਨੂਫੈਕਚਰਿੰਗ ਪ੍ਰੋਫਿਟ ਲਾਸ ਅਕਾਊਂਟਸ। ਜਿੰਨਾ ਕੁਛ ਸਰਕਾਰ ਦਾ ਹੁੰਦਾ ਇਹਨਾਂ ਨੂੰ ਵੀ ਸਾਰਿਆਂ ਨੂੰ ਆਡਿਟ ਕਰਦਾ। ਜਮਾ ਸਹੀ ਆ, 3 ਆਪਸ਼ਨ ਬਿਲਕੁਲ ਕਰੈਕਟ ਨੇ। ਪਰਫਾਰਮ ਕਰਦਾ ਡਿਊਟੀ। ਚੌਥੀ ਦੇਖਦੇ ਆਪਾਂ, ਟੂ ਕੰਟਰੋਲ ਦਾ ਰਿਸਿਪਟ ਐਂਡ ਇਸ਼ੂ ਆਫ ਦਾ ਪਬਲਿਕ ਮਨੀ ਐਂਡ ਟੂ ਇੰਸ਼ੋਰ ਦੈਟ ਦਾ ਪਬਲਿਕ ਰੈਵਨਿਊ ਇਜ਼ ਲੌਸਡ ਇਨ ਦਾ ਐਕਚੁਅਰ। ਤਾਂ ਮਤਲਬ ਇਹ ਜਿਹੜੀ ਡੀ ਆਪਸ਼ਨ ਆ ਇਹ ਬਿਲਕੁਲ ਗਲਤ ਆ, ਸਰਾਸਰ ਗਲਤ ਆ। ਤਾਂ ਆਪਣੇ 3 ਆਪਸ਼ਨ ਕਰੈਕਟ ਨੇ, ਇਹਦੇ 'ਚ ਡੀ ਆ ਜਾਂਦੀ। ਵੈਸੇ ਕੁਐਸਚਨ ਹੋਰ ਵੀ ਨੇ, ਜਿਵੇਂ 2012 ਦੇ ਵਿੱਚ UPSC ਨੇ ਬਹੁਤ ਤਕੜਾ ਕੁਐਸਚਨ ਪੁੱਛਿਆ ਵਾ, ਬਟ ਇਹਦੀਆਂ ਸਟੇਟਮੈਂਟ ਬਹੁਤ ਲੰਬੀ ਚੌੜੀ ਆ, ਇੰਨੀ ਪੜ੍ਹੀ ਨਹੀਂ ਜਾਣੀ। ਬਟ ਤੁਹਾਨੂੰ ਮੈਂ ਜਿੰਨਾ ਕੁ ਹੋ ਸਕਿਆ ਉਹਨਾਂ ਤੁਹਾਨੂੰ ਮੈਂ ਕਰਵਾ ਰਿਹਾ। ਓਕੇ, ਤਾਂ ਐਡਵੋਕੇਟ ਜਨਰਲ ਬਾਰੇ ਵੀ ਆਇਆ ਵਾ। UPSC ਨੇ ਤਾਂ ਬਹੁਤ ਵਾਰੀ ਕੁਐਸਚਨ ਪੁੱਛੇ ਵਾ, ਬਾਕੀ ਸਟੇਟ PCS ਨੇ ਉਹਨਾਂ ਨੇ ਵੀ ਬਹੁਤ ਵਾਰੀ ਪੁੱਛੇ ਹੋਏ ਆ। ਹੁਣ ਤੁਸੀਂ ਇਹ ਨਾ ਕਹੋ ਵੀ ਅਸੀਂ ਪੇਪਰ ਤਾਂ ਦੇਣਾ PPSC ਦਾ, ਬਟ ਤੁਸੀਂ ਸਾਨੂੰ ਹਮੇਸ਼ਾ ਕੁਐਸਚਨ ਦਾ ਹਵਾਲਾ ਦਿੰਦੇ ਹੋ UPSC ਦਾ। ਦੇਖੋ ਮੈਂ ਤੁਹਾਨੂੰ ਕਹਿੰਦਾ ਵੀ UPSC ਦਾ ਜਿਹੜਾ ਲੈਵਲ ਆ ਨਾ ਉਹ ਇਹਨਾਂ ਨਾਲੋਂ ਜ਼ਿਆਦਾ ਹਾਈ-ਫਾਈ ਹੁੰਦਾ, ਤਾਂ ਕਰਕੇ ਇਹਨਾਂ ਦੇ ਪੁੱਛਣ ਦਾ ਤਰੀਕਾ ਹੀ ਇਹਨਾਂ ਨੇ ਫੋਲੋ ਕਰਨਾ ਹੁੰਦਾ। ਪਰ ਹੁਣ ਤਾਂ PPSC ਵੀ ਇਦੋਂ ਟਫ ਪੁੱਛਣ ਲੱਗ ਗਿਆ, ਕੋਈ ਲੈਵਲ ਘੱਟ ਨਹੀਂ ਰਿਹਾ। ਬਟ ਫਿਰ ਵੀ ਆਪਾਂ UPSC ਨੂੰ ਟਾਰਗੇਟ ਕਰਕੇ ਚੱਲਦੇ ਹੁੰਦੇ ਹਾਂ। ਅਤੇ ਵੀ ਮਤਲਬ ਇਹ ਤੁਹਾਡੇ ਜੇ UPSC ਨੂੰ ਟੱਚ ਕਰਦੇ ਹੋ ਤਾਂ ਤੁਸੀਂ ਥੋੜ੍ਹਾ ਹੀ ਚਾਂਸ ਹੁੰਦਾ ਵੀ ਮਤਲਬ ਕਿਤੇ ਇਹਦੇ 'ਚੋਂ ਸਕਿਪ ਹੋ ਜਾਓ, ਨਹੀਂ ਤੁਸੀਂ 100% ਇਹਨੂੰ ਵੀ ਕਰ ਹੀ ਦਓਗੇ। ਠੀਕ ਆ, ਤਾਂ ਆਹ ਸੀਗੇ ਤੁਹਾਡਾ ਅਟਾਰਨੀ ਜਨਰਲ ਐਂਡ ਕੈਗ। ਮੈਂ ਤੁਹਾਨੂੰ 2 ਟੌਪਿਕ ਤਾਂ ਜਿਹੜੇ ਪੂਰੇ ਪ੍ਰੋਪਰ ਕਰਵਾਏ ਨੇ। ਇਹਦੋਂ ਬਾਅਦ ਦੇਖੋ ਹੁਣ ਪਾਰਲੀਮੈਂਟ ਆ ਗਿਆ। ਪਾਰਲੀਮੈਂਟ ਦੇ ਬਾਰੇ ਬੇਸਿਕ ਪੁਆਇੰਟ ਕਰਾਂਗੇ ਆਪਾਂ। ਦੇਖੋ ਪਾਰਲੀਮੈਂਟ ਤਾਂ ਪਾਰਟ 5 ਦੇ ਵਿੱਚ ਹੀ ਆ, ਤਾਂ ਤੁਸੀਂ ਧਿਆਨ ਰੱਖਣਾ 79, 80, 81। ਮੈਂ ਸਾਰੇ ਆਰਟੀਕਲ ਨਹੀਂ ਕਰਾਉਂਦਾ, ਜਿਹੜੇ ਮੇਨ ਜਿਹੜੇ ਮੈਂ ਤੁਹਾਨੂੰ ਉਹ ਦੱਸੂਗਾ। ਤਾਂ ਦੇਖੋ 79 ਦੇ ਵਿੱਚ ਕੀ ਆ, ਇੱਥੇ ਆਪਣੀ ਹੁੰਦੀ ਆ ਸੰਸਦ, ਮਤਲਬ ਸੰਸਦ ਨੂੰ ਮੰਨ ਲਓ ਇੱਕ ਘਰ। ਠੀਕ ਆ, ਸੰਸਦ ਕੀ ਆ, ਇੱਕ ਘਰ। ਘਰ ਤੋਂ ਬਾਅਦ ਘਰ ਦਾ ਹੁੰਦਾ ਰਾਜਾ। ਤਾਂ ਇੱਥੇ ਆਪਣੀ ਕਿਹੜੀ ਆ, ਰਾਜ ਸਭਾ। ਰਾਜ ਸਭਾ ਜਾਣੀ ਕਿ ਰਾਜਾ। ਫਿਰ ਹੁੰਦੇ ਆ ਲੋਕ, ਤਾਂ ਫਿਰ ਆਪਣੀਆਂ ਲੋਕ ਸਭਾ। ਤਾਂ ਤੁਹਾਨੂੰ ਪਤਾ ਲੱਗ ਜੂ ਵੀ ਪਹਿਲਾ ਆਰਟੀਕਲ ਸੰਸਦ ਨਾਲ ਆ, ਦੂਜਾ ਰਾਜ ਨਾਲ ਆ, ਰਾਜ ਸਭਾ, ਤੀਜਾ ਲੋਕ ਸਭਾ ਦੇ ਨਾਲ ਆ। ਤਾਂ ਇਹ ਤੁਹਾਨੂੰ ਕਲੀਅਰ ਆ। ਤਾਂ ਇੱਕ ਗੱਲ 'ਚ ਤੁਸੀਂ ਕਨਫਿਊਜ਼ ਨਹੀਂ ਹੋਣਾ। ਦੇਖੋ ਇੱਕ ਤਾਂ ਤੁਹਾਨੂੰ ਪੁੱਛੇ ਜਾਂਦੇ ਆ ਆਪਣੇ ਪਾਰਟ ਕਿੰਨੇ ਆ। ਠੀਕ ਆ, ਇੱਕ ਤੁਹਾਨੂੰ ਪੁੱਛਿਆ ਜਾਂਦਾ ਹਾਊਸ ਕਿੰਨੇ ਆ, ਮਤਲਬ ਕਿ ਕਹਿ ਲਓ ਇੱਥੇ ਜਾਂ ਫਿਰ ਆਪਣਾ ਔਰਗਨ। ਠੀਕ ਆ, ਤਾਂ ਇਹਨਾਂ ਦੇ ਵਿੱਚ ਕਨਫਿਊਜ਼ ਨਹੀਂ ਹੋਣਾ। ਬੱਚੇ ਕੀ ਕਰਦੇ ਆ, 2 ਆਨਸਰ ਹੀ ਲਾ ਦਿੰਦੇ ਆ। ਦੇਖੋ ਜੇ ਪਾਰਟ ਪੁੱਛੇ ਜਾਂਦੇ ਆ ਫਿਰ ਆਉਂਦਾ ਤੁਹਾਡਾ ਆਨਸਰ 3, ਜੇ ਹਾਊਸ ਪੁੱਛੇ ਜਾਂਦੇ ਆ ਦੈਨ 2। ਤਾਂ ਹੁਣ ਇਹ ਤੁਹਾਡਾ 3 ਵਾਲਾ ਚੱਕਰ ਕੀ ਆ, ਲੋਕ ਸਭਾ SC ਨਹੀਂ, ਲੋਕ ਸਭਾ ਐਂਡ ਰਾਜ ਸਭਾ। ਇਹ ਤਾਂ ਤੁਹਾਡਾ ਹੈਗਾ, ਬਟ ਨਾਲ ਇਹਦੇ 'ਚ ਪ੍ਰੈਜ਼ੀਡੈਂਟ ਆ ਜਾਂਦਾ, ਕਿਉਂਕਿ ਇੱਥੋਂ ਬਿੱਲ ਬਣ ਇੱਥੇ ਜਾ ਕੇ ਐਕਟ ਬਣਨਾ ਉਹਨੇ। ਤਾਂ ਪ੍ਰੋਸੀਜਰ ਤਾਂ ਇੱਥੇ ਵੀ ਆਉਂਦਾ ਨਾ। ਤਾਂ ਹਾਊਸ ਲੋਕ ਸਭਾ ਐਂਡ ਰਾਜ ਸਭਾ, ਹਾਊਸ 'ਚ 2 ਹੀ ਲਾਉਂਗੇ ਤੁਸੀਂ, ਇਹ ਤੁਹਾਡਾ। ਬਾਕੀ ਇੱਕ ਤੁਹਾਨੂੰ ਕੁਐਸਚਨ ਆਉਂਦਾ ਇਹਦੇ 'ਚ ਵੀ ਹਿੰਦੀ 'ਚ ਨਾ ਇਹ ਜਿਹੜੇ ਲੋਕ ਸਭਾ ਵਗੈਰਾ ਇਹ ਕਦੋਂ ਅਡੋਪਟ ਕਰਿਆ, 1954 ਦੇ ਵਿੱਚ ਕਰੇ ਸੀ। ਓਕੇ, ਦਾ ਕਾਉਂਸਲ ਆਫ ਸਟੇਟਸ ਨੇ 1954 ਦੇ ਵਿੱਚ ਇਹਨੂੰ ਅਡੋਪਟ ਕੀਤਾ ਸੀ। ਇਹਦਾ ਕੰਮ ਕੀ ਆ, ਲਾਅ ਬਣਾਉਣਾ। ਔਰ ਆਪਣੇ ਕਿਹੜੀ ਆ ਇਹ, ਬਾਈ ਕੈਮਰਲ, ਇੱਕ ਯੂਨੀ ਕੈਮਰਲ ਦੇ ਵਿੱਚ ਸਿੰਗਲ ਸਿਸਟਮ ਜਿਹਾ ਹੁੰਦਾ, ਬਾਈ ਕੈਮਰਲ ਦੇ ਵਿੱਚ 2 ਸਦਨ ਹੁੰਦੇ ਆ। ਡਨ। ਤਾਂ ਇਹ ਕਿੰਨੇ ਤੱਕ ਆਰਟੀਕਲ ਚੱਲਦੇ ਆ, 79 ਤੋਂ ਲੈ ਕੇ 122 ਤੱਕ ਆਰਟੀਕਲ ਚੱਲਦੇ ਆ। 123 ਦੇ ਵਿੱਚ ਆਰਡੀਨੈਂਸ ਆ ਜਾਂਦਾ, ਫਿਰ ਇਹ ਤੋਂ ਬਾਅਦ ਆਪਣੀ ਸੁਪਰੀਮ ਕੋਰਟ ਚੱਲ ਪੈਂਦੀ ਆ। ਆਹ ਤੁਸੀਂ ਧਿਆਨ ਦੇ ਵਿੱਚ ਰੱਖਣਾ। ਤਾਂ ਦੇਖੋ ਹੁਣ ਆਪਾਂ ਗੱਲ ਕਰਨੀ ਹੈ ਥੋੜ੍ਹੀ ਜਿਹੀ ਬਿੱਲ ਦੇ ਬਾਰੇ। ਹੁਣ ਬਿੱਲ ਵੀ ਆਪਾਂ ਜਿਹਦੇ ਆਪਾਂ ਦੇਖੀਏ ਫਾਰਮੇਸ਼ਨ ਦੇ ਆਧਾਰ 'ਤੇ 2 ਹੁੰਦੇ ਆ। ਇੱਕ ਹੁੰਦੇ ਆ ਗਵਰਨਮੈਂਟ ਬਿੱਲ, ਇੱਕ ਆਪਣੇ ਹੁੰਦੇ ਆ ਪ੍ਰਾਈਵੇਟ ਬਿੱਲ। ਗਵਰਨਮੈਂਟ ਐਂਡ ਪ੍ਰਾਈਵੇਟ ਬਿੱਲ। ਹੁਣ ਜਿਹੜੇ ਗਵਰਨਮੈਂਟ ਬਿੱਲ ਨੇ, ਠੀਕ ਆ, ਤਾਂ ਇਹ ਤਾਂ ਹੁੰਦੇ ਆ ਤਕਰੀਬਨ 99% ਕਹਿ ਲਓ ਤੁਸੀਂ, ਕੋਈ ਡਿਪਾਰਟਮੈਂਟ ਲੈ ਕੇ ਆਉਂਦਾ। ਠੀਕ ਆ, ਕੋਈ ਡਿਪਾਰਟਮੈਂਟ ਲੈ ਕੇ ਆਉਂਦਾ। ਆਹ ਪ੍ਰਾਈਵੇਟ ਬਿੱਲ ਹੁੰਦਾ, ਕੋਈ ਵੀ MP ਲੈ ਕੇ ਆ ਜਾਂਦਾ। ਔਰ ਜੇ ਆਪਾਂ ਗੱਲ ਕਰੀਏ ਨੇਚਰ ਦੇ ਅਕੋਰਡਿੰਗਲੀ, ਤਾਂ ਨੇਚਰ ਦੇ ਅਕੋਰਡਿੰਗਲੀ ਬਿੱਲ ਆਪਣੇ ਕਿਹੜੇ ਹੁੰਦੇ ਆ, ਮਨੀ ਬਿੱਲ, ਫਾਈਨਾਂਸ ਬਿੱਲ, ਆਰਡੀਨਰੀ ਬਿੱਲ। ਠੀਕ ਆ, ਤਾਂ ਤਿੰਨੇ ਤਾਂ ਸਿੰਪਲ ਮੈਜੋਰਟੀ ਦੇ ਨਾਲ ਪਾਸ ਹੋ ਜਾਂਦੇ ਆ, ਕੋਈ ਐਡਾ ਇਸ਼ੂ ਨਹੀਂ ਹੁੰਦਾ। ਬਾਕੀ ਹੁਣ ਦੇਖੋ ਆਪਾਂ ਗੱਲ ਕਰਦੇ ਹਾਂ ਲੋਕ ਸਭਾ ਦੀ। ਤਾਂ ਲੋਕ ਸਭਾ ਦੇ ਵਿੱਚ ਮੈਂ ਤੁਹਾਨੂੰ ਵੈਸੇ ਬੋਲ ਕੇ ਰਿਵਾਈਜ਼ ਹੀ ਕਰਾਉਣਾ ਇੱਕ ਵਾਰ। ਲੋਅਰ ਹਾਊਸ ਵੀ ਕਹਿੰਦੇ ਆ, ਫਸਟ ਹਾਊਸ ਕਹਿੰਦੇ ਆ, ਹਾਊਸ ਆਫ ਪੀਪਲ ਕਹਿੰਦੇ ਆ, ਪਪੂਲਰ ਹਾਊਸ ਕਹਿੰਦੇ ਆ। ਠੀਕ ਆ, ਤਾਂ ਇਹਦੇ ਸਾਰੇ ਹੋਰ ਨਾਮ ਨੇ। ਨੋਨ ਪਰਮਾਨੈਂਟ ਹਾਊਸ ਕਹਿੰਦੇ ਆ, ਕਿਉਂਕਿ ਰਾਸ਼ਟਰਪਤੀ ਇਹਨੂੰ ਡਿਜ਼ੋਲਵ ਕਰ ਸਕਦੇ ਆ। ਤਾਂ ਹੁਣ ਆਪਾਂ ਗੱਲ ਕਰ ਲੈਂਦੇ ਹਾਂ ਵੀ ਜੇ ਲੋਕ ਸਭਾ ਦੀਆਂ ਯੋਗਤਾਵਾਂ ਕੀ ਨੇ, ਵੀ ਅਸੀਂ ਕਿਵੇਂ ਬਣ ਸਕਦੇ ਹਾਂ। ਤਾਂ ਇਹਦੀਆਂ ਲੋਕ ਸਭਾ ਦੀਆਂ ਜਿਹੜੀਆਂ ਕੁਆਲੀਫਿਕੇਸ਼ਨ ਨੇ, ਮਤਲਬ ਪਹਿਲਾਂ ਤਾਂ ਤੁਸੀਂ 25 ਸਾਲ ਦੇ ਹੋਣੇ ਚਾਹੀਦੇ ਹੋ। ਠੀਕ ਆ, ਅਤੇ ਦੂਸਰਾ ਨਾਗਰਿਕ ਹੋਣੇ ਚਾਹੀਦੇ ਹੋ ਇੰਡੀਆ ਦੇ, ਔਰ ਪ੍ਰੋਫਿਟ ਦੇ ਆਫਿਸ 'ਤੇ ਨਹੀਂ ਹੋਣੇ ਚਾਹੀਦੇ। ਠੀਕ ਆ, ਤਾਂ ਇਹ ਤੁਹਾਡਾ ਜਿਹੜਾ ਯੋਗਤਾਵਾਂ ਨੇ ਇਹ ਕਿਹਦੀਆਂ ਨੇ, ਆਪਣੀਆਂ ਲੋਕ ਸਭਾ ਦੀਆਂ ਨੇ। ਪਰ ਇਹਦੇ 'ਚ ਆਪਣੇ ਜਿਹੜੇ ਹੋਰ ਦੱਸੇ ਹੋਏ ਨੇ ਵੀ ਆਹ ਚੀਜ਼ਾਂ ਨਹੀਂ ਹੋਣੀਆਂ ਚਾਹੀਦੀਆਂ, ਉਹ ਇਹਦੇ 'ਚ ਸੰਵਿਧਾਨ ਤਾਂ ਆਪਣਾ ਇੰਨੀਆਂ ਕੁ ਚੀਜ਼ਾਂ ਕਹਿੰਦਾ। ਬਟ ਇਹਦੇ 'ਚ ਆਪਣਾ ਇੱਕ ਐਕਟ ਆ ਰੀਪ੍ਰਜੈਂਟੇਸ਼ਨ ਆਫ ਪੀਪਲ ਐਕਟ 1951। ਉਹਦੇ ਵਿੱਚ ਹੋਰ ਵੀ ਲਿਖਿਆ ਵਾ ਵੀ ਪਾਰਲੀਮੈਂਟਰੀ ਕੌਂਸਟੀਟੂਐਂਸੀ ਤੋਂ ਰਜਿਸਟਰ ਹੋਣਾ ਚਾਹੀਦਾ। ਠੀਕ ਆ, ਅਤੇ ਇੱਕ ਇਹਦੇ 'ਚ ਇਹ ਵੀ ਕਿਹਾ ਵਾ ਵੀ ਜੇ ਕੋਈ SC ਜਾਂ ਫਿਰ ST ਸੀਟ ਆ, ਠੀਕ ਆ, ਇਹਦੇ 'ਤੇ ਜਿਹੜਾ ਜਨਰਲ ਕੈਟਾਗਰੀ ਦਾ ਉਹ ਜੇ ਰਿਜ਼ਰਵ ਆ ਸੀਟ, ਉਹ 'ਚੋਂ ਨਹੀਂ ਲੜ ਸਕਦਾ। ਪਰ ਉਹਦੇ ਵਾਲੀ 'ਤੇ ਜੋ ਹੈ ਨਹੀਂ, ਤਾਂ ਇਹ ਉੱਥੇ ਜਾ ਕੇ ਲੜ ਸਕਦੇ ਆ ਨੌਨ ਰਿਜ਼ਰਵ 'ਤੇ। ਠੀਕ ਆ,
ਤਾਂ ਆਹ ਚੀਜ਼ ਤੁਸੀਂ ਦੇਖਣੀ ਆ। ਤਾਂ ਮੈਂ ਤੁਹਾਨੂੰ ਇੰਨਾ ਕੁ ਦੱਸਤਾ। ਬਾਕੀ ਟਨਿਓਰ 5 ਸਾਲ ਆ। ਤੇ MP ਲੋਕ ਸਭਾ ਚਾਹੇ ਲੋਕ ਸਭਾ ਚਾਹੇ ਫਿਰ LA ਜਾਣੀ ਕਿ ਲੈਜਿਸਲੇਟਿਵ ਅਸੈਂਬਲੀ ਜਿਹੜੀ ਸਟੇਟ ਦੀ ਹੁੰਦੀ ਆ, ਤਾਂ ਇਹਨਾਂ ਦੇ ਵਿੱਚੋਂ ਕੋਈ ਵੀ ਆ ਤਾਂ ਇਹਨਾਂ ਦਾ ਟਨਿਓਰ ਕਿੰਨਾ ਹੁੰਦਾ 5 ਸਾਲ ਦੇ ਲਈ ਹੁੰਦਾ। ਪਰ ਇੱਕ ਤੁਸੀਂ ਯਾਦ ਰੱਖਣੀ ਆ 42ਵੀਂ CAA ਇਹ ਕਦੋਂ ਹੋਈ ਆ 1976, ਬੜੀ ਇੰਪੋਰਟੈਂਟ ਆ। ਕਿਹਨੇ ਕਰਾਈ ਸੀ ਇਹ? ਇੰਦਰਾ ਗਾਂਧੀ ਨੇ। ਤਾਂ ਇਹਨੂੰ ਅਸੀਂ ਕਹਿੰਦੇ ਆ ਮਿਨੀ ਕੌਂਸਟੀਟਿਊਸ਼ਨ। ਕੀ ਕਹਿੰਦੇ ਇਹਨੂੰ ਅਸੀਂ? ਮਿਨੀ ਕੌਂਸਟੀਟਿਊਸ਼ਨ ਕਹਿੰਦੇ ਆ। ਡਨ। ਤਾਂ ਇਹਨੂੰ ਮਿਨੀ ਕੌਂਸਟੀਟਿਊਸ਼ਨ ਅਸੀਂ ਕਿਉਂ ਕਹਿੰਦੇ ਹਾਂ? ਕਿਉਂਕਿ ਇੱਥੇ ਬਹੁਤ ਜ਼ਿਆਦਾ ਆਰਟੀਕਲ ਦੇ ਵਿੱਚ ਮਤਲਬ ਕਿ ਫੇਰਬਦਲ ਕੀਤੀ ਗਈ ਸੀ। ਤਾਂ ਇੱਥੋਂ ਬਾਅਦ ਇਹਨਾਂ ਨੇ 5 ਸਾਲ ਤੋਂ ਵਧਾ ਕੇ ਕਾਰਜਕਾਲ ਸੀ ਜਿਹੜਾ ਉਹ ਕਿੰਨਾ ਕਰਤਾ ਸੀਗਾ 6 ਸਾਲ ਕਰਤਾ ਸੀ। ਵੀ ਹੁਣ ਆਪਾਂ ਦੇਖਦੇ ਹਾਂ ਵੀ ਹੁਣ ਤਾਂ ਫਿਰ 5 ਸਾਲ। ਪਰ ਇਹ ਤੋਂ ਬਾਅਦ ਕੀ ਹੋਇਆ ਜਦੋਂ ਫਿਰ 1978 ਦੇ ਵਿੱਚ, ਠੀਕ ਆ, ਇਹ ਤੋਂ ਬਾਅਦ 44ਵੀਂ ਮਤਲਬ ਕਿ CA ਕੌਂਸਟੀਟਿਊਸ਼ਨ ਅਮੈਂਡਮੈਂਟ ਐਕਟ ਹੋਇਆ 1978 ਦੇ ਵਿੱਚ। ਇਹ ਕੀਤਾ ਸੀ ਆਪਣਾ ਮੁਰਾਰਜੀ ਦੇਸਾਈ ਨੇ। ਮੁਰਾਰਜੀ ਦੇਸਾਈ ਨੇ ਕੀਤਾ। ਉਦੋਂ ਫਿਰ ਇਹ 6 ਤੋਂ ਘਟਾ ਕੇ ਕਿੰਨੇ ਸਾਲ ਕਰਤੀ? 5 ਸਾਲ ਕਰਤੀ। ਓਕੇ। ਇਲੈਕਸ਼ਨ ਡਾਇਰੈਕਟ ਹੁੰਦੀ ਆ। ਡਾਇਰੈਕਟ ਇਲੈਕਸ਼ਨ ਉਹ ਹੁੰਦੀ ਆ ਜਿਹਦੇ 'ਚ ਲੋਕ ਆਪ ਚੁਣਦੇ ਆ। ਤਾਂ ਇਹਦੇ 'ਚ ਵੀ ਕੀ ਆ ਵੀ ਵੋਟਾਂ ਦੀ ਉਮਰ 1999 ਤੋਂ 21 ਸਾਲ ਤੋਂ ਘਟਾ ਕੇ ਕਿੰਨੀ ਕੀਤੀ ਆ? 18 ਸਾਲ 1999 ਦੇ ਵਿੱਚ ਕਰੀ ਆ। ਔਰ ਇਹਦੇ ਨਾਲ ਜਿਹੜੀ ਅਮੈਂਡਮੈਂਟ ਹੋਈ ਸੀ ਉਹ 61ਵੀਂ ਸੀਗੀ ਔਰ ਇਹ ਹੋਈ ਸੀ 1988 ਦੇ ਵਿੱਚ। ਪਰ ਇਹ ਲਾਗੂ ਹੋ ਗਈ ਸੀ 1999 ਦੇ ਵਿੱਚ। ਇਹਨੂੰ ਤੁਸੀਂ ਧਿਆਨ 'ਚ ਰੱਖਣਾ ਕਿਉਂਕਿ ਕਈ ਫਿਰ ਕਨਫਿਊਜ਼ਨ ਕਰ ਲੈਂਦੇ ਆ ਵੀ ਲక్ష్ਮੀਕਾਂਤ ਦੇ ਵਿੱਚ 88 ਲਿਖਿਆ ਬਟ ਜ਼ਿਆਦਾਤਰ ਆਪਸ਼ਨਾਂ ਦੇ ਵਿੱਚ 99 ਆਉਂਦਾ। ਤਾਂ ਹੁਣ ਆਪਾਂ ਗੱਲ ਕਰ ਲੈਂਦੇ ਹਾਂ ਸੀਟਾਂ ਦੀ। ਤਾਂ ਇਹ ਤੁਹਾਨੂੰ ਸਾਰੇ ਬੇਸਿਕ ਮੈਂ ਕਰਵਾਏ ਵੀ ਹੋਏ ਨੇ, ਮੈਂ ਤੁਹਾਨੂੰ ਤਾਂ ਰਿਵਾਈਜ਼ ਕਰਾ ਰਿਹਾ ਇੱਕ ਵਾਰ। ਅਤੇ ਜਿਹਦੀਆਂ ਸੀਟਾਂ ਦੀ ਗੱਲ ਕਰੀਏ ਮੈਕਸੀਮਮ ਸੀਟਾਂ ਆਪਣੀਆਂ ਕਿੰਨੀਆਂ ਨੇ? 552 ਨੇ। ਠੀਕ ਆ। ਤਾਂ ਦੇਖੋ ਇਹਨਾਂ ਦਾ ਜਿਹੜਾ ਬੇਸ ਸੀਗਾ ਪਹਿਲਾਂ 1971 ਦੀ ਸੈਂਸਸ ਸੀ, ਮਤਲਬ ਕੀ ਕਹਿੰਦੇ ਉਹਨੂੰ ਜਨਗਣਨਾ 1971 ਦੀ ਗਿਣਤੀ ਦੇ ਆਧਾਰ ਸੀ। 2001 ਦੇ ਵਿੱਚ ਇਹਨਾਂ ਨੇ ਕੀ ਕੀਤਾ 84ਵੀਂ ਅਮੈਂਡਮੈਂਟ ਕੀਤੀ। 84ਵੀਂ ਅਮੈਂਡਮੈਂਟ ਕੀਤੀ ਤਾਂ ਇਹਨਾਂ ਨੇ ਕਿਹਾ ਵੀ 2026 ਨੂੰ ਬੇਸ ਬਣਾਵਾਂਗੇ, ਉਦੋਂ ਤੱਕ ਇਹੀ ਚੱਲੂਗਾ। ਮਤਲਬ ਇਹਦੇ 'ਚ ਅਸੀਂ ਕੋਈ ਜਿਹੜਾ ਚੇਂਜ ਆ ਜਾਂ ਫੇਰ ਬਦਲਾ ਉਹ ਨਹੀਂ ਕਰਨਾ। ਤਾਂ ਹੁਣ 552 ਸੀਟਾਂ ਨੇ। ਇਹਨਾਂ ਦੇ ਵਿੱਚੋਂ ਇਹ ਨਹੀਂ ਹੈਗਾ ਜਿੱਥੋਂ ਜਿਹਦਾ ਜੀ ਕਰਿਆ ਜਿੰਨੀਆਂ ਨਾਲ ਉੱਠ ਕੇ ਆ ਜਾਊਗਾ। ਤਾਂ 530 ਸਟੇਟ ਦੀਆਂ ਨੇ, 20 ਸੀਟਾਂ UT ਦੀਆਂ ਨੇ, 2 ਹੈਗੀਆਂ ਨੇ ਐਂਗਲੋ ਇੰਡੀਅਨ ਦੀਆਂ। ਵੈਸੇ ਐਂਗਲੋ ਇੰਡੀਅਨ ਦਾ ਹੁਣ ਤਾਂ ਤਕਰੀਬਨ ਖਤਮ ਹੀ ਨੇ। ਤਾਂ ਬਾਕੀ ਤੁਸੀਂ ਇਹਨੂੰ ਧਿਆਨ ਦੇ ਵਿੱਚ ਇੱਕ ਗੱਲ ਹੋਰ ਵੀ ਰੱਖਣਾ ਅਤੇ ਸੀਟਾਂ ਰਿਜ਼ਰਵ ਨੂੰ ਲੈ ਕੇ ਆਰਟੀਕਲ ਆ ਇਹ UPSC ਦੇ ਕਾਫੀ ਫੇਵਰੇਟ ਨੇ। ਠੀਕ ਆ। ਆਹ ਆਰਟੀਕਲ ਨੇ ਜਿਹੜੇ। ਤਾਂ ਦੇਖੋ ਆਪਾਂ 324 ਤੋਂ ਪੜ੍ਹਦੇ ਹਾਂ 324 ਤੋਂ 330 ਤੱਕ ECI ਜਾਣੀ ਕਿ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਬੜਾ ਚਰਚਾ ਦੇ ਵਿੱਚ ਰਿਹਾ ਸੀ। ਮੈਂ ਤੁਹਾਨੂੰ ਇਹਦੇ 'ਤੇ ਬਹੁਤ ਵੀਡੀਓ ਕਰਵਾਈਆਂ ਵੀ ਹੋਈਆਂ ਨੇ। ਇਸ ਤੋਂ ਬਾਅਦ 330 ਦੇ ਵਿੱਚ ਆਉਂਦੀਆਂ ਨੇ। ਇਸ ਤੋਂ ਬਾਅਦ ਚੱਲ ਪੈਂਦੀ ਇੱਥੋਂ ਰਿਜ਼ਰਵੇਸ਼ਨ। ਓਕੇ। 330 331 332 ਐਂਡ 333। ਤਾਂ ਇਹਦੇ 'ਚ ਤਾਂ ਹੈਗੀ ਆ SC ST ਕਿੱਥੇ? ਲੋਕ ਸਭਾ। ਇਹਦੇ 'ਚ ਵੀ SC ST ਕਿੱਥੇ? LA। ਠੀਕ ਆ। ਓ ਸੌਰੀ ਆਹ ਆਪਣਾ ਗਲਤ ਹੋ ਗਿਆ ਥੋੜ੍ਹਾ ਜਿਹਾ। ਇੱਕ ਮਿੰਟ ਚਲੋ। ਤਾਂ ਦੇਖੋ ਹੁਣ ਆਪਾਂ ਪਹਿਲਾਂ ਲੋਕ ਸਭਾ ਦੀ ਗੱਲ ਕਰ ਰਹੇ ਹਾਂ। ਠੀਕ ਆ। ਆਪਾਂ ਕਿਹਦੀ ਗੱਲ ਕਰ ਰਹੇ ਹਾਂ? ਤੇ ਲੋਕ ਸਭਾ ਦੀ ਗੱਲ ਕਰ ਰਹੇ ਹਾਂ। ਤਾਂ ਇੱਥੇ ਲੋਕ ਸਭਾ ਦੇ ਵਿੱਚ ਫਿਰ ਆਪਣੇ ਕੀ ਨੇ? ਐਂਗਲੋ ਇੰਡੀਅਨ। ਮਤਲਬ ਪਹਿਲਾਂ ਇਹ ਦੋਨੋਂ ਆਰਟੀਕਲ ਕਿਹਦੇ ਨਾਲ ਡੀਲ ਕਰਦੇ ਆ? ਲੋਕ ਸਭਾ ਦੇ ਨਾਲ ਡੀਲ ਕਰਦੇ ਆ। ਤਾਂ 330 ਦੇ ਵਿੱਚ ਸੁਪਰੀਮ ਕੋਰਟ, ਇਹਦੇ ਵਿੱਚ ਆਪਣਾ ਲੋਕ ਸਭਾ ਦੇ ਵਿੱਚ SC ਤੇ ST ਦੀ ਰਿਜ਼ਰਵੇਸ਼ਨ ਆ ਅਤੇ 331 ਦੇ ਵਿੱਚ ਲੋਕ ਸਭਾ ਦੀ ਆ। ਫਿਰ ਇਹਦੇ ਬਾਅਦ 'ਚ ਆ ਜਾਂਦੇ ਆਪਣੇ ਲੈਜਿਸਲੇਟਿਵ ਅਸੈਂਬਲੀ ਜਾਣੀ ਕਿ LA। ਇਹਦੇ 'ਚ ਵੀ ਆ ਇੱਥੇ SC ST ਆ, ਇੱਥੇ ਇਹਦੇ 'ਚ ਵੀ ਐਂਗਲੋ ਇੰਡੀਅਨ ਆ। ਬਸ ਇਹਦੇ 'ਚ ਇੱਕ ਆ, ਉਹਦੇ 'ਚ 2 ਹੁੰਦੇ ਸੀ। ਤਾਂ ਆਹ ਆਰਟੀਕਲ ਨੇ ਜਿਹੜੇ ਤੁਸੀਂ ਧਿਆਨ 'ਚ ਰੱਖਣੇ ਆ। ਹੁਣ ਦੇਖੋ ਸਭ ਤੋਂ ਘੱਟ ਜਿਹੜੀਆਂ ਸੀਟਾਂ ਨੇ ਉਹ ਕਿੱਥੇ ਨੇ? ਇੱਕ ਵੱਧ ਸੀਟਾਂ ਕਿੱਥੇ ਨੇ? ਹੁਣੇ ਵੋਟਾਂ ਪੈ ਕੇ ਹਟੀਆਂ, ਸਭ ਨੂੰ ਪਤਾ ਹੋਊ UP 'ਚ 80 ਸੀਟਾਂ ਨੇ। ਠੀਕ ਆ। ਔਰ ਕਿਹੜੇ ਨੇ? AP ਜਾਣੀ ਕਿ ਆਂਧਰਾ ਅਤੇ ਰਾਜਸਥਾਨ। ਤਾਂ ਇਹਨਾਂ ਦੋਨਾਂ ਦੇ ਵਿੱਚ ਕਿੰਨੀਆਂ ਨੇ? 25 ਨੇ। ਠੀਕ ਆ। ਤਾਂ ਇਹ ਤੁਸੀਂ ਧਿਆਨ ਦੇ ਵਿੱਚ ਰੱਖਣਾ ਸੀ। ਔਰ ਘੱਟ ਸੀਟਾਂ ਵਾਲੇ ਕਿਹੜੇ ਨੇ? ਸਿੱਕਮ, ਨਾਗਾਲੈਂਡ ਐਂਡ ਮਿਜ਼ੋਰਮ। ਤਾਂ ਆਹ ਤਿੰਨਾਂ ਦੇ ਵਿੱਚ ਕਿੰਨੀਆਂ ਸੀਟਾਂ ਨੇ? ਇੱਕ ਸੀਟਾਂ ਨੇ। ਤਿੰਨਾਂ ਦੇ ਵਿੱਚ ਤਾਂ ਤੁਸੀਂ ਇਹਨੂੰ ਧਿਆਨ ਦੇ ਵਿੱਚ ਰੱਖਣਾ। ਅਤੇ ਹੁਣ ਜੇ ਆਪਾਂ UT ਦੇ ਵਿੱਚੋਂ ਗੱਲ ਕਰੀਏ, ਠੀਕ ਆ, ਤਾਂ UT ਦੇ ਵਿੱਚੋਂ ਸਭ ਤੋਂ ਜ਼ਿਆਦਾ ਕਿੱਥੇ ਨੇ? ਦਿੱਲੀ। ਕਿੰਨੀਆਂ ਨੇ? 7। ਬਾਕੀ ਚੰਡੀਗੜ੍ਹ, ਅੰਡੇਮਾਨ ਨਿਕੋਬਾਰ, ਦਾਦਰਾ ਨਗਰ ਪੁਡੂਚੇਰੀ, ਦਮਨਦੀਪ, ਲਕਸ਼ਦੀਪ ਇੱਕ ਅਤੇ ਰਾਜ ਸਭਾ ਦਿੱਲੀ ਦੇ ਵਿੱਚ 3 ਨੇ। ਅਤੇ ਬਸ ਇਹ ਤੁਸੀਂ ਧਿਆਨ ਦੇ ਵਿੱਚ ਰੱਖਣਾ। ਬਾਕੀ ਰਿਜ਼ਰਵੇਸ਼ਨ ਮੈਂ ਤੁਹਾਨੂੰ ਦੱਸਤਾ। ਅਤੇ ਜੇ ਹੁਣ ਰਿਜ਼ਰਵੇਸ਼ਨ ਦੀ ਗੱਲ ਕਰੀਏ ਤਾਂ ਰਾਜ ਸਭਾ ਦੇ ਵਿੱਚ ਕੋਈ ਰਿਜ਼ਰਵੇਸ਼ਨ ਨਹੀਂ ਹੁੰਦੀ, ਸਿਰਫ ਇਹ ਆਪਣੀ ਕਿਹਦੇ 'ਚ ਹੁੰਦੀ ਆ? ਲੋਕ ਸਭਾ ਦੇ ਵਿੱਚ ਹੁੰਦੀ ਆ। SC ਦੇ ਲਈ 15% ਔਰ ST ਦੇ ਲਈ 7.5%। ਅਤੇ ਜੇ ਹੁਣ ਦੇਖੀਏ SC ਸਭ ਤੋਂ ਜ਼ਿਆਦਾ ਕਿੱਥੋਂ ਹੁੰਦੇ ਨੇ? UP 'ਚੋਂ। ਆਹ ਕਿੱਥੋਂ ਹੁੰਦੇ ਨੇ? MP 'ਚੋਂ। ਤਾਂ UP 'ਚੋਂ ਕਿੰਨੇ? ਟੋਟਲ 80 ਨੇ। ਤਾਂ 17 SC ਨੇ। ਤਾਂ ਇਹਦੇ 'ਚ ਟੋਟਲ ਕਿੰਨੇ ਨੇ? 29 ਨੇ। ਤਾਂ ST ਕਿੰਨੇ ਨੇ? 6। ਤਾਂ ਆਹ ਇੰਨਾ ਕੁ ਤੁਸੀਂ ਧਿਆਨ ਦੇ ਵਿੱਚ ਰੱਖਣਾ ਸੀ। ਤਾਂ ਹੁਣ ਆਪਾਂ ਗੱਲ ਕਰਦੇ ਹਾਂ
ਵੀ ਕਿੰਨੇ ਨਾਲ ਆਪਣਾ ਹੁੰਦਾ 2008 ਤੋਂ ਪਹਿਲਾਂ ਲੋਕ ਸਭਾ ਵਿੱਚ ਜਿਹੜੀਆਂ ਆਪਣਾ ਐਸਸੀ ਦੀਆਂ ਸੀਟਾਂ 79 ਸੀਗੀਆਂ, ਠੀਕ ਆ। 2008 ਤੋਂ ਪਹਿਲਾਂ 2008 ਤੋਂ ਪਹਿਲਾਂ ਕਿੰਨੀਆਂ ਸੀਗੀਆਂ ਐਸਸੀ ਦੀਆਂ ਸੀਟਾਂ 79, ਬਟ ਹੁਣ ਕਿੰਨੀਆਂ ਨੇ 84 ਨੇ। ਡਨ। ਤਾਂ ਹੁਣ ਆ ਸਹੁੰ ਵਗੈਰਾ ਤਾਂ ਮੈਂ ਤੁਹਾਨੂੰ ਸਾਰੀਆਂ ਚੀਜ਼ਾਂ ਇਹਦੇ 'ਚ ਪਹਿਲਾਂ ਕਰਵਾਈਆਂ ਹੀ ਹੋਈਆਂ ਨੇ ਅਤੇ ਇਹ ਤੁਹਾਨੂੰ ਕਲੀਅਰ ਵੀ ਆ। ਤਾਂ ਹੁਣ ਦੇਖੋ ਸਪੀਕਰ ਲੋਕ ਸਭਾ ਦਾ ਤਾਂ ਉਹ ਆਪਦੇ ਆਪ ਵਿੱਚੋਂ ਮੈਂਬਰਾਂ ਦੇ ਵਿੱਚੋਂ ਚੁਣ ਲੈਂਦੇ ਆ, ਡੇਟ ਫਿਕਸ ਰਾਸ਼ਟਰਪਤੀ ਕਰਦਾ ਹੈਗਾ। ਅਤੇ ਉਹ ਖਾਲੀ ਕਦੋਂ ਹੋ ਸਕਦਾ, ਜਦੋਂ ਲੋਕ ਸਭਾ ਦੀ ਜਿਹੜੀ ਆਪਣੇ ਉਦੋਂ ਲਾਈਫ ਤੱਕ, ਜਿੰਨੀ ਤੱਕ ਲੋਕ ਸਭਾ ਦੀ ਲਾਈਫ ਆ ਉਹਨਾਂ 'ਚ ਰਹਿੰਦਾ, ਪਰ ਲੋਕ ਸਭਾ ਦੇ ਮੈਂਬਰ ਦੀ ਉਹਦੀ ਸੀਟ ਸੀਜ਼ ਕਰ ਦਿੱਤੀ ਜਾਵੇ ਤਾਂ ਹਟ ਜਾਂਦਾ। ਡਿਪਟੀ ਸਪੀਕਰ ਨੂੰ ਅਸਤੀਫਾ ਦੇ ਸਕਦਾ। ਇਹਦੇ ਬਾਰੇ ਵੀ ਪੁੱਛਿਆ ਜਾਂਦਾ ਵੀ ਸਪੀਕਰ ਆਪਦਾ ਅਸਤੀਫਾ ਕਿਹਨੂੰ ਦਿੰਦਾ ਅਤੇ ਡਿਪਟੀ ਸਪੀਕਰ ਕਿਹਨੂੰ ਦਿੰਦਾ। ਇਹ ਦੋਨੋਂ ਆਪਸ ਦੇ ਵਿੱਚ ਇੱਕ ਦੂਜੇ ਨੂੰ ਅਸਤੀਫਾ ਦਿੰਦੇ ਆ। ਤਾਂ ਸੰਸਦ ਆ ਜਿਹੜੀ ਮੈਜੋਰਟੀ ਨਾਲ ਕੋਈ ਰੈਜੋਲੂਸ਼ਨ ਲਿਆ ਕੇ ਵੀ ਉਹਨੂੰ ਹਟਾ ਸਕਦੀ ਆ, ਪਰ ਉਹਦੇ 'ਚ ਪ੍ਰਿਓਰ ਨੋਟੀਫਿਕੇਸ਼ਨ ਦੇਣਾ ਪੈਂਦਾ 14 ਡੇਜ਼ ਦਾ, 14 ਦਿਨਾਂ ਦਾ ਪਹਿਲਾਂ ਉਹਨੂੰ ਮਤਲਬ ਕਿ ਕਰਨਾ ਪੈਂਦਾ, ਠੀਕ ਆ। ਤਾਂ ਆਹ ਸੀਗਾ। ਬਾਕੀ ਇਹ ਹਾਊਸ ਨੂੰ ਅਡਜਰਨ ਕਰ ਸਕਦਾ। ਅਤੇ ਜਿਹੜਾ ਕੌਰਮ ਆ, ਤਾਂ ਜੇ ਕੌਰਮ ਘੱਟ ਹੋਵੇ ਤਾਂ ਹੁਣ ਇਹਦਾ ਕੌਰਮ ਕਿੰਨਾ ਹੁੰਦਾ ਉਹਨੂੰ ਤੁਸੀਂ ਧਿਆਨ ਦੇ ਵਿੱਚ ਰੱਖਣਾ 1/10, ਮਤਲਬ ਕਿ 10ਵਾਂ ਹਿੱਸਾ ਤਾਂ ਹੋਣਾ ਚਾਹੀਦੇ ਆ। ਜਿਵੇਂ ਕਿ ਆਪਣਾ ਲੋਕ ਸਭਾ ਦੇ ਲਈ ਘੱਟੋ ਘੱਟ 55 ਮੈਂਬਰ ਪ੍ਰੈਜ਼ੈਂਟ ਹੋਣੇ ਚਾਹੀਦੇ ਸ਼ੁਰੂ ਕਰਨ ਦੇ ਲਈ, ਔਰ ਜੇ ਰਾਜ ਸਭਾ ਦੀ ਗੱਲ ਕਰੀਏ ਤਾਂ 25 ਮੈਂਬਰ ਘੱਟੋ ਘੱਟ ਹੋਣੇ ਚਾਹੀਦੇ ਪ੍ਰੈਜ਼ੈਂਟ ਲਈ। ਓਕੇ। ਜਦੋਂ ਦੇਖੋ ਪਹਿਲੀ ਵਾਰ ਵੋਟਾਂ ਹੁੰਦੀਆਂ ਕਿਸੇ ਵੀ ਬਿੱਲ ਨੂੰ ਲੈ ਕੇ, ਜਦੋਂ ਪਹਿਲੀ ਵਾਰ ਵੋਟਾਂ ਹੁੰਦੀਆਂ ਨੇ ਉਹਨੂੰ ਕਹਿੰਦੇ ਆ ਫਸਟ ਇੰਸਟਾਂਸ ਵੋਟਿੰਗ। ਤਾਂ ਉਹਦੇ ਵਿੱਚ ਜਿਹੜਾ ਆਪਣਾ ਇਹ ਆ ਸਪੀਕਰ ਆ ਉਹ ਵੋਟਿੰਗ ਨਹੀਂ ਕਰਦਾ। ਜਦੋਂ ਫਿਰ ਉਹਨਾਂ ਦੇ ਵਿੱਚ ਮਸਲਾ ਫਸ ਜੇ, ਮਤਲਬ ਕਿ 50-50 ਵੋਟਾਂ ਪੈ ਜਾਣ, 100 ਜਾਣਾ ਸੀਗਾ ਤਾਂ 50-50 ਵੋਟਾਂ ਪੈ ਗਈਆਂ ਤਾਂ ਮਤਲਬ ਮਾਮਲਾ ਟਾਈ ਹੋ ਗਿਆ, ਦੈਨ ਇਹ ਆਪਦੀ ਵੋਟ ਪਾਊਗਾ। ਇਹਨੂੰ ਕਹਿੰਦੇ ਆ ਕਾਸਟਿੰਗ ਵੋਟ। ਤਾਂ ਕਾਸਟਿੰਗ ਵੋਟ ਕਿਹਦੀ ਹੁੰਦੀ ਹੈ, ਸਪੀਕਰ ਦੀ ਹੁੰਦੀ ਹੈ। ਜੁਆਇੰਟ ਸੈਸ਼ਨ ਹੁੰਦੇ ਆ ਤਾਂ ਉਦੋਂ ਰਾਸ਼ਟਰਪਤੀ ਦੇ ਬਿਹਾਫ 'ਤੇ ਇਹ ਮਤਲਬ ਕਿ ਓਵਰ ਕਰਦਾ ਸਾਰੀਆਂ ਨੂੰ। ਜਦੋਂ ਜੁਆਇੰਟ ਸੈਟਿੰਗ ਹੁੰਦੀ ਹੈ ਤਾਂ 3 ਹੋਈਆਂ ਨੇ ਜੁਆਇੰਟ ਸੈਟਿੰਗ ਹੁਣ ਤੱਕ। ਅਤੇ ਸੀਕਰੇਟ ਸਿਟਿੰਗ ਇਹ ਬੁਲਾ ਸਕਦਾ ਹੁੰਦਾ ਲੀਡਰ ਆਫ ਹਾਊਸ, ਜੇ ਇਹਨੂੰ ਬੇਨਤੀ ਕਰਦਾ ਵੀ ਮਤਲਬ ਕਿ ਸਾਨੂੰ ਚਾਹੀਦਾ, ਤਾਂ ਉਦੋਂ ਕੋਈ ਵੀ ਸਟਰੇਂਜਰ ਨਹੀਂ ਹੁੰਦਾ। ਲੀਡਰ ਆਫ ਹਾਊਸ ਕੌਣ ਹੁੰਦਾ, ਆਲਮੋਸਟ PM ਹੁੰਦਾ ਜੋ ਲੋਕ ਸਭਾ ਦਾ। ਜੇ ਨਹੀਂ ਹੈਗਾ ਤਾਂ ਉਹ ਮਤਲਬ ਇੱਧਰ ਲੋਕ ਸਭਾ ਦੇ ਵਿੱਚ ਕਿਸੇ ਬੰਦੇ ਨੂੰ ਅਪੋਇੰਟ ਕਰ ਦੂਗਾ ਜਿਹੜਾ ਲੀਡਰ ਆਫ ਹਾਊਸ ਹੋਊਗਾ। ਬਾਕੀ ਮਨੀ ਬਿੱਲ ਨੂੰ ਡਿਸਾਈਡ ਕਰਨ ਦੀ ਪਾਵਰ ਵੀ ਸਪੀਕਰ ਕੋਲ ਹੁੰਦੀ ਆ। ਓਕੇ। ਅਤੇ ਇਹਦਾ ਜਿਹੜਾ ਫੈਸਲਾ ਹੁੰਦਾ ਉਹ ਫਾਈਨਲ ਹੁੰਦਾ। ਬਾਕੀ ਜਿਹੜੇ ਕੁਐਸਚਨ ਕਰਦੇ ਆਪਾਂ ਦੇਖਦੇ ਹਾਂ ਵੀ ਸੈਸ਼ਨ ਚੱਲ ਰਿਹਾ ਹੁੰਦਾ, ਕਿਸੇ ਮੰਤਰੀ ਨੂੰ ਕੁਐਸਚਨ ਕੀਤੇ ਜਾਂਦੇ MP ਨੂੰ, ਤਾਂ ਉਹ ਵੀ ਇਹ ਡਿਸਾਈਡ ਕਰੂਗਾ ਵੀ ਕਿਹੜੇ ਕੁਐਸਚਨ ਉਹਨੂੰ ਪੁੱਛੇ ਜਾਣੇ ਆ ਜਾਂ ਨਹੀਂ ਪੁੱਛੇ ਜਾਣੇ। ਤਾਂ ਬਾਕੀ ਬਟੇਨ ਦੇ ਨਾਲੋਂ ਆਪਣਾ ਇਹ ਵੀ ਵੱਖਰਾ ਹੈਗਾ ਕੰਮ, ਕਿਉਂਕਿ ਸਪੀਕਰ ਉੱਤੇ ਕਿਸੇ ਵੀ ਪਾਰਟੀ ਦਾ ਨਹੀਂ ਹੁੰਦਾ। ਜੇ ਉਹ ਪਾਰਟੀ ਦਾ ਹੈਗਾ ਵੀ ਸਪੀਕਰ ਬਣਨ ਤੋਂ ਬਾਅਦ ਉਹਨੂੰ ਪਾਰਟੀ ਆਪਦੀ ਛੱਡਣੀ ਪੈਂਦੀ ਹੈ, ਅਸਤੀਫਾ ਦੇਣਾ ਪੈਂਦਾ, ਪਰ ਆਪਣੇ ਇੱਥੇ ਕੋਈ ਚੱਕਰ ਨਹੀਂ ਹੈਗਾ। ਉੱਥੇ ਉਹ ਮਤਲਬ ਕਿ ਨਿਊਟਰਲ ਰਹਿਣਾ ਪੈਂਦਾ ਉਹਨੂੰ, ਠੀਕ ਆ। ਅਤੇ ਇਹਦਾ ਆਪਣਾ ਰੈਂਕ 7ਵਾਂ ਗਾ, ਚੀਫ ਜਸਟਿਸ ਆਫ ਇੰਡੀਆ ਅਤੇ ਸਾਰੀ ਕੈਬਨਿਟ ਤੋਂ ਬਾਅਦ। ਇੱਥੋਂ ਤੱਕ ਕਲੀਅਰ ਆ ਤੁਹਾਨੂੰ। ਬਾਕੀ ਡਿਪਟੀ ਸਪੀਕਰ ਦੀ ਗੱਲ ਕਰੀਏ, 17ਵੀਂ ਲੋਕ ਸਭਾ ਦੇ ਵਿੱਚ ਤਾਂ ਡਿਪਟੀ ਸਪੀਕਰ ਆਪਣਾ ਹੈ ਉਹ ਨਹੀਂ, ਅਤੇ ਇਹਦੀ ਡੇਟ ਫਿਕਸ ਆਪਣਾ ਕੌਣ ਕਰਦਾ, ਸਪੀਕਰ ਕਰਦਾ। ਜੁਆਇੰਟ ਸੈਸ਼ਨ ਵੇਲੇ ਜੇ ਸਪੀਕਰ ਗੈਰ ਹਾਜ਼ਰ ਦੈਨ ਡਿਪਟੀ ਸਪੀਕਰ ਉਹਦੀ ਜਗ੍ਹਾ ਲੈ ਸਕਦਾ। ਓਕੇ। ਇਹ ਸਪੀਕਰ ਦਾ ਸਬੋਰਡੀਨੇਟ ਹੁੰਦਾ, ਬਲਕਿ ਡਾਇਰੈਕਟ ਹਾਊਸ ਨੂੰ ਜਵਾਬ ਦੇ ਹੁੰਦਾ, ਉਹਦਾ ਸਬੋਰਡੀਨੇਟ ਨਹੀਂ ਹੁੰਦਾ, ਠੀਕ ਆ। ਆਹ ਤੁਸੀਂ ਧਿਆਨ ਦੇ ਵਿੱਚ ਰੱਖਣਾ, ਡਿਪਟੀ ਸਪੀਕਰ ਇਹਦਾ ਸਬੋਰਡੀਨੇਟ ਸਬੋਰਡੀਨੇਟ ਨਹੀਂ ਹੁੰਦਾ, ਅਤੇ ਉਹ ਜਵਾਬਦੇਹ ਵੀ ਕਿਹਨੂੰ ਹੁੰਦਾ, ਪੂਰੇ ਹਾਊਸ ਨੂੰ ਜਵਾਬਦੇਹ ਹੁੰਦਾ। ਡਨ। ਬਾਕੀ ਇੱਕ ਹੁੰਦਾ ਪ੍ਰੋਟਮ ਸਪੀਕਰ। ਪ੍ਰੋਟਮ ਸਪੀਕਰ ਕੀ ਹੁੰਦਾ, ਜੇ ਪੁਰਾਣੀ ਲੋਕ ਸਭਾ ਦਾ ਸਪੀਕਰ ਜਿਹੜਾ ਨਵੀਂ ਲੋਕ ਸਭਾ ਦਾ ਸਪੀਕਰ ਬਣਨ ਤੋਂ ਪਹਿਲਾਂ ਚੁਣ ਤੋਂ ਜਾਂ ਪਹਿਲਾਂ ਜਾਂ ਫਿਰ ਪੋਸਟ ਛੱਡ ਦਿੰਦਾ ਜਾਂ ਉੱਥੇ ਨਹੀਂ ਹੁੰਦਾ, ਤਾਂ ਪ੍ਰੈਜ਼ੀਡੈਂਟ ਕਿਸੇ ਵੀ ਮੈਂਬਰ ਨੂੰ ਪ੍ਰੋਟਮ ਸਪੀਕਰ ਬਣਾ ਦਿੰਦਾ ਅਤੇ ਉਹਨੂੰ ਸਹੁੰ ਰਾਸ਼ਟਰਪਤੀ ਆਪ ਖਵਾਉਂਦੇ ਆ, ਅਤੇ ਸਾਰੀਆਂ ਸ਼ਕਤੀਆਂ ਉਹਦੇ ਕੋਲ ਸਪੀਕਰ ਦੇ ਤਰ੍ਹਾਂ ਹੁੰਦੀਆਂ ਨੇ। ਅਤੇ ਮੇਨ ਡਿਊਟੀ ਕੀ ਹੁੰਦੀ ਹੈ ਵੀ ਜਿਹੜੇ ਨਵੇਂ ਮੈਂਬਰ ਆਉਣਗੇ ਉਹਨਾਂ ਨੂੰ ਸਹੁੰ ਚੁਕਾਉਣੀ ਹੈ ਅਤੇ ਨਵਾਂ ਸਪੀਕਰ ਚੁਣ ਕੇ ਦੇਣਾ। ਜਦੋਂ ਨਵਾਂ ਸਪੀਕਰ ਚੁਣਿਆ ਗਿਆ ਦੈਨ ਸਪੀਕਰ ਪ੍ਰੋਟਮ ਟਰਮ ਖਤਮ ਅਤੇ ਸਪੀਕਰ ਪ੍ਰੋਟਮ ਗਿਆ। ਤਾਂ ਲੀਡਰ ਆਫ ਦਾ ਹਾਊਸ ਕੌਣ ਹੁੰਦਾ, ਲੀਡਰ ਹਾਊਸ ਦਾ ਮਤਲਬ ਹੁੰਦਾ ਵੀ PM, ਵੈਸੇ ਤਾਂ ਆਪਣੇ PM ਹੀ ਹੁੰਦਾ। ਜੇ ਲੋਕ ਸਭਾ ਦਾ 90% 95% ਤਾਂ ਆਪਣੇ ਲੋਕ ਸਭਾ ਦਾ ਹੀ ਹੁੰਦਾ, ਤਾਂ ਲੋਕ ਸਭਾ ਦਾ ਨਹੀਂ ਹੈਗਾ ਤਾਂ ਰਾਜ ਸਭਾ ਦੇ ਵਿੱਚੋਂ ਬੰਦਾ ਇੱਧਰ ਆ ਕੇ ਨਿਯੁਕਤ ਕਰ ਦੂਗਾ, ਠੀਕ ਆ। ਅਤੇ ਫਿਰ ਉਹ ਡਿਪਟੀ ਲੀਡਰ ਵੀ ਬਣਾ ਸਕਦੇ ਆ। ਤਾਂ ਇੱਕ ਹੁੰਦਾ ਲੀਡਰ ਆਫ ਦਾ ਓਪੋਜੀਸ਼ਨ, ਮਤਲਬ ਕਿ ਜਿਹੜੀ ਵੀ ਵੱਡੀ ਵਿਰੋਧੀ ਪਾਰਟੀ ਦਾ 1/10 ਸੀਟਾਂ 'ਤੇ ਹੋਵੇ, ਠੀਕ ਆ। ਜਿੰਨੇ ਕਿ ਟੋਟਲ ਉਹਦੀ ਸਮਤਾ ਹੈਗੀ ਆ ਹਾਊਸ ਦੀ, ਤਾਂ 1/10 ਹਿੱਸਾ ਉਹਨਾਂ ਦੇ ਕੋਲ ਮਤਲਬ ਕਿ ਵੋਟਾਂ ਹੈਗੀਆਂ ਨੇ, ਸੀਟਾਂ ਹੈਗੀਆਂ ਨੇ, ਤਾਂ ਉਹ ਵੱਡੀ ਪਾਰਟੀ ਹੁੰਦੀ ਹੈ ਅਤੇ ਵਿਰੋਧੀ ਪਾਰਟੀ ਵੀ ਉਹਨੂੰ ਮੰਨਿਆ ਜਾਂਦਾ। ਅਤੇ ਉਹਦਾ ਮੁੱਖ ਕੰਮ ਕੀ ਹੁੰਦਾ, ਕ੍ਰਿਟਿਸਿਜ਼ਮ ਕਰਨਾ, ਅਲਟਰਨੇਟ ਗਵਰਨਮੈਂਟ ਮੁਹੱਈਆ ਕਰਾਉਣੀ, ਤਾਂ ਜੋ ਉਹ ਡਰ ਦੇ ਵਿੱਚ ਕੰਮ ਨੇ ਜਿਹੜੇ ਉਹ ਸਹੀ ਕਰ ਸਕਣ। ਤਾਂ ਇਹ ਜਿਹੜੀ ਓਪੋਜੀਸ਼ਨ ਆ ਇਹਨੂੰ ਕਿਹਾ ਜਾਂਦਾ ਸ਼ੈਡੋ ਕੈਬਨਿਟ। ਕਿੱਥੇ ਕਹਿੰਦੇ ਆ, ਬ੍ਰਿਟਸ ਦੇ ਵਿੱਚ। ਬਸ ਇੰਨਾ ਤੁਸੀਂ ਧਿਆਨ ਦੇ ਵਿੱਚ ਰੱਖਣਾ। ਔਰ USA ਇਹ ਪਹਿਲੀ ਵਾਰੀ ਕਦੋਂ ਬਣੀ ਸੀ ਓਪੋਜੀਸ਼ਨ, 1969 ਦੇ ਵਿੱਚ ਫਸਟ ਟਾਈਮ ਬਣਿਆ ਸੀ। ਅਤੇ USA ਦੇ ਵਿੱਚ ਇਹਨੂੰ ਕੀ ਕਹਿੰਦੇ ਆ, ਮਾਈਨੋਰਟੀ ਲੀਡਰ ਕਹਿੰਦੇ ਆ। ਕਲੀਅਰ। ਹੁਣ ਤੁਸੀਂ ਦੇਖਿਆ ਹੋਊਗਾ ਵਿਪ ਸ਼ਬਦ ਕਾਫੀ ਚਰਚਾ ਦੇ ਵਿੱਚ ਰਿਹਾ ਸੀਗਾ। ਹੁਣ ਪਹਿਲਾਂ ਅਖਬਾਰ ਤੁਸੀਂ ਪੜ੍ਹਦੇ ਹੀ ਹੋਵੋਗੇ। ਇਹਦੇ 'ਚ ਕੀ ਹੁੰਦਾ, ਮਤਲਬ ਕਿ ਲੀਡਰ ਆਪਣੇ ਜਿਹੜਾ ਵੀ ਇਹ ਸਾਡੇ ਸੰਵਿਧਾਨ ਦੇ ਵਿੱਚ ਇਹ ਨਹੀਂ ਹੈਗਾ, ਤਾਂ ਰੂਲਸ ਆਫ ਹਾਊਸ ਵਿੱਚ, ਠੀਕ ਆ। ਮਤਲਬ ਜਿਵੇਂ ਬਾਕੀ ਦੇ ਲੀਡਰ ਨੇ ਉਹ ਸਾਡੇ ਸੰਵਿਧਾਨ 'ਚ ਨਹੀਂ ਹੈਗੇ, ਪਰ ਰੂਲਸ ਆਫ ਹਾਊਸ ਆ ਜਿਹੜੀ ਬੁੱਕ ਆ ਉਹਦੇ ਵਿੱਚ ਤਾਂ ਹੈਗੇ ਆ। ਤਾਂ ਪਰ ਜਿਹੜੀ ਆਫਿਸ ਆਫ ਵਿਪ ਆ ਨਾ, ਇਹ ਦਫ਼ਤਰ ਇੱਕ ਨਾ ਹੀ ਸੰਵਿਧਾਨ 'ਚ ਆ, ਨਾ ਹੀ ਇਹ ਰੂਲਸ ਆਫ ਹਾਊਸ ਦੇ ਵਿੱਚ ਆ। ਤਾਂ ਇਹ ਕਾਹਦੇ 'ਚ ਕਨਵੈਨਸ਼ਨ ਆ ਜਿਹੜੀ ਪਾਰਲੀਮੈਂਟ ਗਵਰਨਮੈਂਟ ਦੀ, ਤਾਂ ਇਹਨਾਂ ਦੀ ਆਪਸ ਦੇ ਵਿੱਚ ਕਨਵੈਨਸ਼ਨ ਸੰਧੀ ਦੇ ਨਾਲ ਹੋਇਆ ਵਾ। ਇਹ ਕੋਈ ਵੀ ਪਾਰਟੀ ਆ, ਚਾਹੇ ਰੂਲਿੰਗ ਪਾਰਟੀ ਆ ਚਾਹੇ ਉਹਦੀ ਐਂਟੀ ਪਾਰਟੀ ਆ, ਤਾਂ ਉਹਨਾਂ ਦੀ ਸੈਪਰੇਟ ਵਿਪ ਆਫਿਸ ਹੁੰਦਾ ਸੰਸਦ ਦਾ, ਠੀਕ ਆ। ਸੰਸਦ ਦੇ ਵਿੱਚ ਹੀ ਹੁੰਦਾ ਉੱਥੇ। ਤਾਂ ਇਹ ਆਪਣੀ ਪਾਰਟੀ ਦੇ ਮੈਂਬਰਾਂ ਦੀ ਅਟੈਂਡੈਂਸ, ਲਾਰਜ ਨੰਬਰ ਵਗੈਰਾ ਜੋ ਵੀ ਉਹਨਾਂ ਦਾ ਹੁੰਦਾ, ਸਿਕਿਉਰ ਦੇਅਰ ਸਪੋਰਟ, ਫੇਵਰ ਅਗੇਂਸਟ ਇਸ਼ੂ, ਤਾਂ ਸਾਰੀਆਂ ਚੀਜ਼ਾਂ ਉੱਥੇ ਵਿਪ ਆਫਿਸ ਦੇ ਵਿੱਚ ਦੇਖਦੇ ਆ। ਤਾਂ ਇਹ ਤੁਸੀਂ ਧਿਆਨ ਦੇ ਵਿੱਚ ਰੱਖਣਾ ਸੀ। ਬਾਕੀ ਇਹਦੇ ਹੁੰਦੇ ਜਿਹੜੇ ਸੈਸ਼ਨ ਆਪਣੇ, ਇਹਦੇ ਆਪਣੇ ਕੀ ਹੁੰਦੇ ਨੇ, ਸੈਸ਼ਨ ਹੁੰਦੇ ਆ।
ਤਾਂ ਸੈਸ਼ਨਾਂ ਦੇ ਵਿੱਚ ਕੀ ਹੁੰਦਾ, ਇੱਕ ਤਾਂ ਹੁੰਦਾ ਸਿੰਡਾਈ। ਸਿੰਡਾਈ ਦੇ ਵਿੱਚ ਕੀ ਹੁੰਦਾ, ਮਤਲਬ ਕਿ ਅਣਮਿੱਥੇ ਸਮੇਂ ਲਈ, ਠੀਕ ਆ, ਅਣਮਿੱਥੇ ਸਮੇਂ ਦੇ ਲਈ ਜਿਹੜਾ ਆਪਣਾ ਗਾ ਉਹ ਭੰਗ ਕਰ ਦਿੰਦੇ ਆ, ਠੀਕ ਆ। ਤਾਂ ਮਤਲਬ ਕਿ ਅਸੈਂਬਲੀ ਦਾ ਕੋਈ ਡੇ ਫਿਕਸ ਨਹੀਂ ਕੀਤਾ ਜਾਂਦਾ। ਇੱਕ ਟਰਮ ਹੁੰਦੀ ਆ ਪ੍ਰੋਰੋਗੇਸ਼ਨ, ਠੀਕ ਆ। ਤਾਂ ਜਿਹੜੀ ਪ੍ਰੋਰੋਗੇਸ਼ਨ ਹੁੰਦੀ ਆ, ਜੇ ਤਾਂ ਸਿੰਡਾਈ ਲੱਗੇ ਤਾਂ ਵੀ ਕੋਈ ਚੱਕਰ ਨਹੀਂ ਹੈਗਾ, ਠੀਕ ਆ। ਮਤਲਬ ਇਹਨੂੰ ਕਰਦਾ ਕੌਣ ਆ, ਰਾਸ਼ਟਰਪਤੀ। ਆ ਜਿਹੜੀ ਪ੍ਰੋਰੋਗੇਸ਼ਨ ਹੁੰਦੀ ਆ ਇਹਨੂੰ ਕੌਣ ਕਰਦਾ, ਆਪਣਾ ਰਾਸ਼ਟਰਪਤੀ। ਇੱਥੇ ਪੂਰਾ ਸੈਸ਼ਨ ਟਰਮੀਨੇਟ ਹੁੰਦਾ ਉਹਦੇ 'ਚ। ਤਾਂ ਮਤਲਬ ਕਿ ਉਹ ਜਿਹੜੀ ਇੱਕ ਮੀਟਿੰਗ ਹੁੰਦੀ ਆ ਜਾਂ ਸਿਟਿੰਗ ਉੱਥੇ ਵਾਲੀ ਹੁੰਦੀ ਆ, ਇਕੱਲੀ ਉਹ ਸਿੰਡਾਈ ਦੇ ਵਿੱਚ ਹੁੰਦੀ ਆ। ਪਰ ਜਦੋਂ ਪ੍ਰੋਰੋਗੇਸ਼ਨ ਹੁੰਦੀ ਆ ਨਾ, ਤਾਂ ਉਦੋਂ ਪੂਰਾ ਸੈਸ਼ਨ ਹੀ ਕਰ ਦਿੱਤਾ ਜਾਂਦਾ। ਤਾਂ ਇਹਨੂੰ ਕਰਦਾ ਕੌਣ ਆ, ਰਾਸ਼ਟਰਪਤੀ। ਜੇ ਪੂਰਾ ਸੈਸ਼ਨ ਆ ਤਾਂ ਪਾਵਰਫੁੱਲ ਆ, ਮਤਲਬ ਕੰਮ ਪ੍ਰੋਰੋਗੇਸ਼ਨ ਕੌਣ ਕਰੂਗਾ, ਰਾਸ਼ਟਰਪਤੀ। ਦੇਖੋ ਪੀ ਦੇ ਨਾਮ ਦੇ ਨਾਲ ਹੀ ਲੱਗਦਾ, ਸਿੰਡਾਈ ਵਗੈਰਾ ਤਾਂ ਸਪੀਕਰ ਵੀ ਕਰ ਦਿੰਦੇ ਆ। ਐਸ ਤੇ ਸਪੀਕਰ, ਪੀ ਤੇ ਪ੍ਰੋਰੋਗੇਸ਼ਨ, ਪੀ ਤੇ ਹੀ ਪ੍ਰੈਜ਼ੀਡੈਂਟ। ਤਾਂ ਤੁਸੀਂ ਇਹਨੂੰ ਧਿਆਨ ਦੇ ਵਿੱਚ ਰੱਖਣਾ। ਅਤੇ ਪੂਰਾ ਸੈਸ਼ਨ ਇਹਦੇ 'ਚ ਟਰਮੀਨੇਟ ਹੁੰਦਾ। ਪ੍ਰੋਰੋਗੇਸ਼ਨ ਟਰਮੀਨੇਟ ਸੈਸ਼ਨ ਕਰ ਦਿੰਦਾ, ਔਰ ਇਹਨੂੰ ਕੌਣ ਕਰਦਾ, ਰਾਸ਼ਟਰਪਤੀ। ਬਾਕੀ ਇੱਕ ਇਹਨਾਂ ਦੇ ਵਿੱਚ ਅਡਜਰਨਮੈਂਟ ਔਰ ਪ੍ਰੋਰੋਗੇਸ਼ਨ ਦੇ ਵਿੱਚ ਸਭ ਤੋਂ ਵੱਡੀ ਚੀਜ਼, ਜਿਹੜਾ ਵੀ ਬਿੱਲ ਹੁੰਦਾ, ਜੇ ਤਾਂ ਅਡਜਰਨਮੈਂਟ ਚੱਲਦੀ ਹੈ, ਜਾਣੀ ਕਿ ਸਿੰਡਾਈ ਵਗੈਰਾ ਵਾਲਾ ਸੀਨ ਚੱਲਦਾ, ਤਾਂ ਜਿਹੜੇ ਬਿੱਲ ਨੇ ਉਹ ਦੁਬਾਰੇ ਰਿਜ਼ਿਊਮ ਕਰ ਦਿੱਤੇ ਜਾਂਦੇ, ਉਹੀ ਦੁਬਾਰੇ ਆ ਜਾਂਦੇ ਆ। ਪਰ ਜਦੋਂ ਪ੍ਰੋਰੋਗੇਸ਼ਨ ਹੁੰਦੀ ਆ, ਜਿਹੜੇ ਇੰਟਰੋਡਿਊਸ ਨਹੀਂ ਹੋਏ ਉਹਦਾ ਸਾਰੇ ਲੈਪਸ ਕਰ ਦਿੱਤੇ ਜਾਂਦੇ ਆ, ਠੀਕ ਆ। ਤਾਂ ਇਹ ਤੁਸੀਂ ਧਿਆਨ ਦੇ ਵਿੱਚ ਰੱਖਣਾ ਸੀ ਇਹਨੂੰ ਵੀ। ਬਾਕੀ ਆਪਾਂ ਅੱਜ ਦੀ ਵੀਡੀਓ ਦੇ ਲਈ ਇੰਨਾ ਰੱਖਦੇ ਹਾਂ। ਤਾਂ ਅਸੀਂ ਇੱਕ ਵੀਡੀਓ ਮੈਂ ਤੁਹਾਡੇ ਲਈ ਹੋਰ ਪਾ ਦੂੰਗਾ ਉਹਦੇ 'ਚ, ਕਿਉਂਕਿ ਇਹੀ ਵੱਡੇ ਟੌਪਿਕ ਸੀ ਜਿਹੜੇ ਥੋੜ੍ਹਾ ਜਿਹਾ ਜ਼ਿਆਦਾ ਟਾਈਮ ਖਾਂਦੇ ਆ, ਕਿਉਂਕਿ ਇਹਨਾਂ ਦੇ ਵਿੱਚੋਂ ਸਟੇਟਮੈਂਟ ਜਿਹੀਆਂ ਜ਼ਿਆਦਾ ਬਣਦੀਆਂ। ਇਸ ਤੋਂ ਬਾਅਦ ਆਪਣੇ ਜੁਡੀਸ਼ਰੀ ਰਹਿ ਗਈ, ਤਾਂ ਜਾਂ ਨਿੱਕੇ ਮੋਟੇ ਹੋਰ ਜਿਵੇਂ ਐਂਟੀ ਡਿਫੈਕਸ਼ਨ ਲਾਅ ਹੋ ਗਿਆ, ਤਾਂ ਉਹ ਹੋਰ ਜਿਹੜੇ ਵੀ ਇੰਪੋਰਟੈਂਟ ਛੋਟੇ ਛੋਟੇ ਟੌਪਿਕ ਨੇ, ਤਾਂ ਉਹਨਾਂ ਦੇ ਬਾਰੇ ਮੈਂ ਤੁਹਾਨੂੰ ਦੱਸ ਦੂੰਗਾ। ਉਹਨਾਂ ਦੇ ਵਿੱਚ ਇੰਨਾ ਕੋਈ ਕਨਫਿਊਜ਼ਨ ਵਾਲਾ ਕੰਮ ਨਹੀਂ ਹੈਗਾ, ਕਿਉਂਕਿ ਉਹਨਾਂ 'ਤੇ ਆਪਾਂ ਇੱਕ ਝਾਤ ਹੀ ਮਾਰਨੀ, ਉਹ ਆਪਣਾ 30-35 ਮਿੰਟ ਦੇ ਵਿੱਚ ਸਾਰਾ ਨਿਬੜ ਜੂਗਾ। ਤਾਂ ਇਹਦੇ 'ਚ ਬੇਖੌਫ ਹੋ ਕੇ ਜਾਇਓ। ਤਾਂ ਉਹ ਚਲੋ ਬਦਕਿਸਮਤੀ ਆ ਵੀ ਕੋਈ ਕੁਐਸਚਨ ਇਹਨਾਂ ਦੇ ਵਿੱਚੋਂ ਤੁਹਾਨੂੰ ਬਾਹਰ ਹੋ ਗਿਆ। ਵੈਸੇ ਤੁਸੀਂ ਸਭ ਕੁਝ ਆਪ ਵੀ ਪੜ੍ਹ ਕੇ ਜਾਓਗੇ, ਤਾਂ ਫਿਰ ਵੀ ਤੁਹਾਨੂੰ ਇਹਦੇ ਵਿੱਚੋਂ ਕੁਐਸਚਨ ਨੇ ਜਿਹੜੇ ਦੇਖਣ ਨੂੰ ਮਿਲ ਜਾਣਗੇ। ਇੰਨੇ ਵੀ ਤੁਸੀਂ ਇੱਕ ਪ੍ਰੋਪਰ ਤਿਆਰੀ ਦੇ ਨਾਲ ਕਰਕੇ ਜਾਇਓ, ਠੀਕ ਆ। ਬਾਕੀ ਜਿਨ੍ਹਾਂ ਨੇ ਚੈਨਲ ਸਾਡਾ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ, ਤਾਂ ਪਲੀਜ਼ ਰਿਕੁਐਸਟ ਆ ਵੀ ਚੈਨਲ ਨੂੰ ਸਬਸਕ੍ਰਾਈਬ ਕਰਿਓ, ਔਰ ਆਪਣੇ ਦੋਸਤਾਂ ਮਿੱਤਰਾਂ ਦੇ ਨਾਲ ਅੱਗੇ ਸ਼ੇਅਰ ਕਰਿਆ ਕਰੋ, ਔਰ ਕਮੈਂਟ ਕਰਕੇ ਦੱਸਿਓ ਵੀ ਤੁਹਾਨੂੰ ਵੀਡੀਓ ਕਿਵੇਂ ਦੀ ਲੱਗਦੀ ਆ, ਜਾਂ ਤੁਸੀਂ ਅੱਗੇ ਕਿਹੜੇ ਟੌਪਿਕ ਦੇ ਉੱਤੇ ਵੀਡੀਓ ਚਾਹੁੰਦੇ ਹੋ, ਜਾਂ ਫਿਰ ਤੁਹਾਨੂੰ ਕੋਈ ਕਮੀ ਪੇਸ਼ੀ ਕਿਵੇਂ ਦੀ ਲੱਗਦੀ ਆ। ਤਾਂ ਪਲੀਜ਼ ਆਪਣਾ ਫੀਡਬੈਕ ਆ ਜਿਹੜਾ ਉਹ ਤੁਸੀਂ ਵੀਡੀਓ ਦੇ ਉੱਪਰ ਜ਼ਰੂਰ ਦਿਆ ਕਰੋ, ਤਾਂ ਜੋ ਅਸੀਂ ਉਹਨੂੰ ਅੱਗੇ ਇੰਪਰੂਵ ਕਰ ਸਕੀਏ, ਉਦੋਂ ਆਪਾਂ ਸੁਧਾਰ ਕਰ ਸਕੀਏ, ਤਾਂ ਜੋ ਤੁਹਾਡਾ ਅਤੇ ਆਉਣ ਵਾਲੇ ਜਿਹੜੇ ਵੀ ਬੱਚੇ ਹੋਣਗੇ, ਕੋਈ ਵੀ ਨਵੇਂ ਐਸਪੀਰੈਂਟ ਆਉਂਦੇ ਆ, ਆਪਾਂ ਉਹਨਾਂ ਦਾ ਭਲਾ ਕਰਨਾ, ਅਤੇ ਦੈਨ ਉਹਨਾਂ ਲਈ ਆਪਾਂ ਇੱਕ ਵਧੀਆ ਤਿਆਰੀ ਉਹਨਾਂ ਨੂੰ ਪ੍ਰੋਪਰ ਤਰੀਕੇ ਨਾਲ ਕਰਵਾ ਸਕੀਏ। ਤਾਂ ਤੁਹਾਡੇ ਫੀਡਬੈਕ ਨਾਲ ਸਾਨੂੰ ਵੀ ਮਤਲਬ ਕਿ ਸੇਧ ਮਿਲ ਜਾਂਦੀ ਹੈ, ਅੱਗੇ ਨੂੰ ਰਸਤਾ ਮਿਲ ਜਾਂਦਾ। ਤਾਂ ਪਲੀਜ਼ ਆਪਣਾ ਤੁਸੀਂ ਫੀਡਬੈਕ ਜ਼ਰੂਰ ਦੇਣਾ ਸਭ ਨੇ, ਔਰ ਆਪਣੀ ਤਿਆਰੀ ਦੇ ਵਿੱਚ ਲਗਾਤਾਰ ਲੱਗੇ ਰਹੋ, ਔਰ ਜ਼ਿਆਦਾ ਮਨ 'ਤੇ ਸਟਰੈਸ ਵੀ ਨਹੀਂ ਪਾਉਣਾ, ਔਰ ਥੋੜ੍ਹੀ ਬਹੁਤੀ ਰਿਲੈਕਸੇਸ਼ਨ ਆ ਜਿਹੜੀ ਉਹ ਜ਼ਰੂਰ ਲਓ। ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ।